ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੌੜੀ ਗੁਆਰੇਰੀ ਮਹੱਲਾ ਤੀਜਾ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਗੁਰ ਸੇਵਾ ਤੇ ਮਨ ਪਤਿਆਏ। ਗੁਰ ਸੇਵਾ ਤੇ ਮਨ ਪਤਿਆਏ। ਗੁਰ ਸੇਵਾ ਤੇ ਮਨ ਪਤਿਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਗੁਰ ਸੇਵਾ ਤੇ ਮਨ ਪਤਿਆਏ। ਗੁਰ ਸੇਵਾ ਤੇ ਮਨ ਪਤਿਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਸੇ ਧਨਵੰਤ ਹਰ ਨਾਮ ਕਮਾਏ। ਸੇ ਧਨਵੰਤ ਹਰ ਨਾਮ ਕਮਾਏ। ਸੇ ਧਨਵੰਤ ਹਰ ਨਾਮ ਕਮਾਏ। ਪੂਰੇ ਗੁਰ ਤੇ ਸੋਝੀ ਪਾਏ। ਪੂਰੇ ਗੁਰ ਤੇ ਸੋਝੀ ਪਾਏ। ਗੁਰ ਸੇਵਾ ਤੇ ਮਨ ਪਤਿਆਏ। ਗੁਰ ਸੇਵਾ ਤੇ ਮਨ ਪਤਿਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਗੁਰ ਸੇਵਾ ਤੇ ਮਨ ਪਤਿਆਏ। ਗੁਰ ਸੇਵਾ ਤੇ ਮਨ ਪਤਿਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਜਿਨ੍ਹਾਂ
ਧਿਆਇਆ ਤਿਨ ਪੁੱਛੋ ਜਾਏ। ਹਰ ਹਰ ਨਾਮ ਜਪੋ ਮੇਰੇ ਭਾਈ। 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 ਮੇਰੇ ਭਾਈ। ਹਰ ਹਰ ਨਾਮ ਹਰ ਹਰ ਨਾਮ ਜਪੋ ਮੇਰੇ ਭਾਈ। ਮੇਰੇ ਭਾਈ। ਹਰ ਹਰ ਨਾਮ ਜਪੋ ਮੇਰੇ ਭਾਈ। ਹਰ ਹਰ ਨਾਮ ਜਪੋ ਮੇਰੇ ਭਾਈ। ਗੁਰਮੁਖ ਸੇਵਾ ਹਰ ਕਾਲ ਥਾਏ ਪਾਈ। ਗੁਰਮੁਖ ਸੇਵਾ ਹਰ ਕਾਲ ਥਾਏ ਪਾਈ। ਹਰ ਹਰ ਨਾਮ ਜਪੋ ਮੇਰੇ ਨਾਮ ਜਪੋ ਮੇਰੇ ਭਾਈ। ਹਰ ਹਰ ਨਾਮ ਜਪੋ ਮੇਰੇ ਭਾਈ। ਮੇਰੇ ਭਾਈ। ਹਰ ਹਰ ਨਾਮ ਜਪੋ ਮੇਰੇ ਭਾਈ। ਹਰ ਹਰ ਨਾਮ ਜਪੋ ਮੇਰੇ ਭਾਈ। ਹਰ ਹਰ ਨਾਮ ਜਪੋ ਮੇਰੇ ਭਾਈ। ਹਰ ਹਰ ਜਪੋ ਮੇਰੇ ਭਾਈ। ਗੁਰਮੁਖ ਸੇਵਾ ਹਰ ਕਾਲ ਥਾਏ ਪਾਈ। ਗੁਰਮੁਖ ਸੇਵਾ ਹਰ ਕਾਲ ਥਾਏ ਪਾਈ। ਗੁਰ ਸੇਵਾ ਤੇ ਮਨ ਵਧੀਆ ਏ। ਗੁਰ ਸੇਵਾ ਤੇ ਮਨ ਵਧੀਆ ਏ। ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ।
ਮਤ ਤਮ ਹੋਏ ਹਰ ਗੁਣ ਗਾਵੇ ਹਰ ਗੁਣ ਗਾਵੇ ਗਾਵੇ ਮਤ ਉਤਮ ਹੋਏ ਮਤ ਉਤਮ ਹੋਏ ਹੋਏ ਹਰ ਗੁਣ ਗਾਵੇ ਮਤਿ ਉਤਮ ਹੋਏ ਹਰ ਗੁਣ ਗਾਵੇ ਮਤ ਉਤਮ ਹੋਏ ਸਹਜੇ ਸਹਜ ਸਮਾਵੈ ਸੋਏ ਸਹਜੇ ਸਹਜ ਸਮਾਵੈ ਸੋਏ ਗੁਰ ਸੇਵਾ ਤੇ ਗੁਰ ਸੇਵਾ ਤੇ ਮਨ ਪਤਿ ਆਏ ਜਿੰਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਜਿੰਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਗੁਰ ਸੇਵਾ ਤੇ ਮਨ ਪਤਿ ਆਏ ਗੁਰ ਸੇਵਾ ਤੇ ਮਨ ਪਤਿ ਆਏ ਜਿੰਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਜਿੰਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਦੂਜੇ ਪਾਏ ਨਾ ਸੇਵਿਆ ਜਾਏ ਦੂਜੇ ਪਾਏ ਨਾ ਸੇਵਿਆ ਜਾਏ ਦੂਜੇ ਪਾਏ ਨਾ ਸੇਵਿਆ ਜਾਏ ਹਉ ਮੈਂ ਮਾਇਆ ਮਹਾ ਬਿਖ ਖਾਏ ਹਉ ਮੈਂ ਮਾਇਆ ਮਹਾ ਬਿਖ ਖਾਏ ਪੁੱਤ ਕੁਟੰਬ ਗ੍ਰਹਿ ਮੋਹਿਆ ਪੁੱਤ ਕੁਟੰਬ ਗ੍ਰਹਿ ਮੋਹਿਆ ਪੁੱਤ ਕੁਟੰਬ ਗ੍ਰਹਿ ਮੋਹਿਆ ਮਨ ਮੁਖ ਅੰਗਾ ਆਵੈ ਜਾਏ ਮਨ ਮੁਖ ਅੰਗਾ ਆਵੈ ਜਾਏ ਮਨ ਮੁਖ ਅੰਧਾ ਆਵੈ ਜਾਏ ਗੁਰ ਸੇਵਾ ਤੇ ਮਨ ਪਤਿ ਆਏ ਗੁਰ ਸੇਵਾ ਤੇ ਮਨ ਪਤਿ ਆਏ ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਜਿੰਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਗੁਰ ਸੇਵਾ ਤੇ
ਮਨ ਪਤੀ ਆਏ ਗੁਰ ਸੇਵਾ ਕੇ ਮਨ ਪਤੀ ਆਏ ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਹਰ ਹਰ ਨਾਮ ਦੇਵੈ ਜਨ ਸੋਏ ਹਰ ਹਰ ਨਾਮ ਦੇਵੈ ਜਨ ਸੋਏ ਹਰ ਹਰ ਨਾਮ ਦੇਵੈ ਜਨ ਸੋਏ ਹਰ ਹਰ ਨਾਮ ਹਰ ਹਰ ਨਾਮ ਹਰ ਹਰ ਨਾਮ ਹਰ ਹਰ ਨਾਮ ਦੇਵੈ ਜਨ ਸੋਏ ਹਰ ਹਰ ਨਾਮ ਨਾਮ ਦੇਵੈ ਜਨ ਸੋ ਹਰ ਹਰ ਨਾਮ ਦੇਵੈ ਜਨ ਸੋਏ 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 ਆਨ ਦਿਨ ਭਗਤ ਗੁਰ ਸ਼ਬਦੀ ਹੋਏ ਦਿਨ ਭਗਤ ਗੁਰ ਸ਼ਬਦੀ ਹੋਏ ਗੁਰਮਤਿ ਬਿਰਲਾ ਪੂਜੈ ਕੋਇ ਗੁਰਮਤਿ ਬਿਰਲਾ ਪੂਜੈ ਕੋਇ ਨਾਨਕ ਨਾਮ ਸਮਾਵੈ ਸੋਇ ਨਾਨਕ ਨਾਮ ਸਮਾਵੈ ਸੋਇ ਗੁਰਮਤਿ ਬਿਰਲਾ ਪੂਜੈ ਕੋਇ ਗੁਰਮਤਿ ਬਿਰਲਾ ਬੂਝੈ ਕੋਇ ਗੁਰਮਤਿ ਬਿਰਲਾ ਪੂਜੈ ਕੋਇ ਬਿਰਲਾ ਗੁਰਮਤਿ ਵਿਰਲਾ ਬੂਝੈ ਕੋਇ ਗੁਰਮਤਿ ਵਿਰਲਾ ਬੂਝੈ ਗੁਰਮਤਿ ਵਿਰਲਾ
ਗੁਰਮਤਿ ਵਿਰਲਾ ਬੂਝੇ ਕੋਏ ਕੋਏ। ਗੁਰਮਤਿ ਵਿਰਲਾ सारे निरे सा निदा पद मव ग म प सा ग पद ग म प रे सा ग प दा प म ग म ग रे म ग सा पद नि सा सानि दब मगर से। ਗੁਰਮਤਿ ਵਿਰਲਾ ਬੂਝੇ ਕੋਇ। ਗੁਰਮਤਿ ਵਿਰਲਾ ਬੂਝੇ कोई ਨਾਨਕ ਨਾਮ ਸਮਾਵੈ ਸੋਇ। नानक नाम समावे सोई। ਨਾਨਕ ਨਾਮ ਸਮਾਵੈ ਸੋਇ। नानक नाम समावे सोई। ਗੁਰ ਸੇਵਾ ਤੇ ਮਨ ਪਤਿਆਏ। ਗੁਰ ਸੇਵਾ ਤੇ ਮਨ ਪਤਿਆਏ। जिन्ना गुरमुख ध्याया तिन पूछो जाए। जिन्ना गुरमुख ध्याया तिन पूछो जाए। ਗੁਰ ਸੇਵਾ ਤੇ मन पतियाए। ਗੁਰ ਸੇਵਾ ਤੇ मन पतियाए। जिन्ना गुरमुख ध्याया तिन पूछो जाए। ਜਿਨ੍ਹਾਂ गुरमुख ध्याया तिन पूछो जाए। ਜਿਨ੍ਹਾਂ गुरमुख ध्याया तिन पूछो जाए। जिन्ना गुरमुख ध्याया तिन पूछो जाए। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ ਸਦਾ ਸਹਾਈ ਹੋਣ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਿਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। 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 ਸੰਗਤ ਜੀ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਮੁੱਖ ਵਾਕ ਸ਼ਬਦ ਗੌੜੀ ਗੁਆਰੇਰੀ ਮਹੱਲਾ ਤੀਜਾ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਨਾਮ ਜਪਣਾ ਕੋਈ ਖੇਡ ਨਹੀਂ ਹੈਗੀ। ਇਹ ਗੁਰਮੁਖਾਂ ਨੂੰ ਜਿਨ੍ਹਾਂ ਨੇ ਮੁੱਖ ਗੁਰੂ ਵੱਲ ਕਰ ਲਿਆ, ਹਰ ਗੱਲ ਗੁਰੂ ਜੀ ਦੀ ਧਿਆਨ ਨਾਲ ਸੁਣੀ, ਹਿਰਦੇ ਵਿੱਚ ਵਸਾਈ ਤੇ ਸਾਵਧਾਨ ਹੋ ਕੇ ਉਹਦੀ ਕੀਤੀ ਕਮਾਈ। ਜਿਨ੍ਹਾਂ ਗੁਰਮੁਖਾਂ ਨੇ ਪੂਰਾ ਪੂਰਾ ਧਿਆਨ ਦਿੱਤਾ, ਗੁਰੂ ਜੀ ਦੇ ਬਚਨਾਂ ਨੂੰ ਕਮਾਇਆ, ਮਹਾਰਾਜ ਕਹਿੰਦੇ ਉਹਨਾਂ ਨੂੰ ਪੁੱਛੋ ਜਾ ਕੇ। ਪੁੱਛੇ ਤੋਂ ਬਿਨਾਂ ਸਮਝ ਨਹੀਂ ਪੈਣੀ। ਪੁੱਛੋ ਉਹਨਾਂ ਨੂੰ ਜਾ ਕੇ, ਮਹਾਂਪੁਰਖੋ ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਭਟਕਦਾ ਏ, ਮੇਰੇ ਮਨ ਵਿੱਚ ਹਮੇਸ਼ਾ ਬੁਰਾਈਆਂ ਡੇਰਾ ਲਾ ਕੇ ਰਹਿੰਦੀਆਂ ਨੇ,
ਮੇਰੇ ਅੰਦਰੋਂ ਵਿਕਾਰ ਦੂਰ ਨਹੀਂ ਹੁੰਦੇ। ਜੀ ਤੇ ਮੇਰਾ ਵੀ ਕਰਦਾ ਮੈਂ ਵੀ ਨਾਮ ਜਪਾਂ, ਪਰ ਗੱਲ ਬਣਦੀ ਨਹੀਂ ਕੋਈ। ਕੋਈ ਸਮਝਾਓ, ਕੋਈ ਸਮੱਤ ਦਿਓ, ਕੋਈ ਸਿੱਧੇ ਰਸਤੇ ਪਾਓ, ਕੋਈ ਇਸ ਮੇਰੇ ਮੂਰਖ ਮਨ ਨੂੰ ਵੀ ਸਮਝ ਪਵੇ, ਪਤਾ ਲੱਗੇ। ਚਾਹੁੰਦਿਆਂ ਹੋਇਆ ਵੀ ਘੜੀ ਵਾਹਿਗੁਰੂ ਵਾਹਿਗੁਰੂ ਕਰਨਾ ਜਿਹੜਾ ਬੜੀ ਔਖੀ ਗੱਲ ਬਣੀ ਪਈ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਜਿਨ੍ਹਾਂ ਨੇ ਇਸ ਮਾਰਗ ਤੇ ਚੱਲ ਕੇ ਪ੍ਰਾਪਤੀ ਕੀਤੀ ਉਹਨਾਂ ਨੂੰ ਪੁੱਛੋ। ਇਹ ਆਮ ਦੁਨੀਆਦਾਰ ਗੁਣੀਆਂ ਗਿਆਨੀਆਂ ਵਿਦਵਾਨਾਂ ਦੀਆਂ ਗੱਲਾਂ ਨਹੀਂ ਹੈਗੀਆਂ। ਇਹ ਕਮਾਈ ਵਾਲਿਆਂ ਦੀਆਂ ਗੱਲਾਂ, ਕਮਾਈ ਵਾਲਿਆਂ ਦੀ, ਪ੍ਰਾਪਤੀ ਵਾਲਿਆਂ ਦੀਆਂ ਗੱਲਾਂ ਨੇ। ਉਹਨਾਂ ਨੂੰ ਪੁੱਛੋ ਜਾ ਕੇ। ਧੰਨ ਧੰਨ ਬਾਬਾ ਜੀ, ਬਾਬਾ ਮਹਾਂ ਹਰਨਾਮ ਸਿੰਘ ਜੀ ਇੱਕ ਬਿਰਛ ਦੇ ਥੱਲੇ ਬੈਠੇ ਤੇ ਕਈ ਦਿਨ ਹੋ ਗਏ, ਚੌਂਕੜਾ ਲਾ ਕੇ ਬੈਠੇ, ਕਈ ਦਿਨ ਹੋ ਗਏ ਨੇ ਜੀ। ਜੱਟ ਜ਼ਿਮੀਂਦਾਰ ਆਪਣੇ ਖੇਤਾਂ ਵਿੱਚ ਜਾਂਦਾ ਵੇਖ ਕੇ ਹੈਰਾਨ ਹੁੰਦਾ ਏ, ਇਹ ਬਾਬਾ ਜੀ ਕਈ ਦਿਨ ਹੋ ਗਏ ਬੈਠੇ ਨੇ, ਨਾ ਕਿਤੇ ਖਾਣ ਨੂੰ ਕੁਝ ਲੈਣ ਵਾਸਤੇ ਗਏ ਤੇ ਨਾ ਕਿਸੇ ਨੇ ਆ ਕੇ ਛਕਾਇਆ ਕੁਝ। ਤੇ ਜਦੋਂ ਮੈਂ ਵੇਖਦਾ ਅਡੋਲ ਸਮਾਧੀ ਵਿੱਚ ਬੈਠੇ ਹੁੰਦੇ ਨੇ। ਕੁਝ ਕੁ ਦਿਨ ਤੇ ਉਹ ਭੈ ਕਰਦਾ ਰਿਹਾ। ਇੱਕ ਦਿਨ ਫਿਰ ਭਾਗ ਜਾਗੇ ਤੇ ਮਹਾਂਪੁਰਖਾਂ ਦੇ ਕੋਲ ਆ ਗਿਆ ਜੀ। ਆਇਆ ਵੀ ਦੁੱਧ ਲੈ ਕੇ, ਦੁੱਧ ਭੇਟਾ ਕੀਤਾ ਛਕਣ ਵਾਸਤੇ। ਥੋੜਾ ਥੋੜਾ ਬਚਨ ਵਿਲਾਸ ਹੋਏ। ਰੱਬੀ ਬੰਦਿਆਂ ਨਾਲ ਗੱਲ ਕਰਨੀ ਵੀ ਕੋਈ ਸੌਖੀ ਨਹੀਂ ਹੁੰਦੀ ਜੀ। ਥੋੜਾ ਜਿਹਾ ਪਿਆਰ ਬਣਿਆ ਤੇ ਬੇਨਤੀ ਕੀਤੀ, ਮਹਾਰਾਜ ਮੈਂ ਕਈ ਦਿਨਾਂ ਤੋਂ ਤੁਹਾਨੂੰ ਵੇਖ ਰਿਹਾ ਤੇ ਤੁਸੀਂ ਅਡੋਲ ਸਮਾਧੀ ਵਿੱਚ ਬੈਠੇ ਰਹਿੰਦੇ ਹੋ। ਧੁੱਪ ਵੀ ਆਉਂਦੀ ਹੈ, ਛਾਂ ਵੀ ਆਉਂਦੀ ਹੈ, ਦਿਨ ਵੀ ਚੜ੍ਹਦਾ ਏ, ਰਾਤ ਵੀ ਪੈਂਦੀ ਆ। ਨਾ ਕੋਈ ਖਾਣ ਦੀ ਤ੍ਰਿਸ਼ਨਾ, ਨਾ ਕੋਈ ਸੌਣ ਦੀ ਇੱਛਾ, ਨਾ ਕੋਈ ਅਕੇਵਾਂ, ਨਾ ਕੋਈ ਥਕੇਵਾਂ। ਮਹਾਰਾਜ ਮੈਂ ਤੇ ਹੈਰਾਨ ਹੋ ਗਿਆ ਤੁਹਾਡੇ ਵੱਲ ਵੇਖ ਕੇ, ਇਹ ਸਾਰਾ ਕੁਝ ਕਿਸ ਤਰ੍ਹਾਂ ਹੋ ਰਿਹਾ ਹੈ। ਮਹਾਂਪੁਰਖ ਕਹਿਣ ਲੱਗੇ ਕੱਲ ਆ ਜੀ ਸਵੇਰੇ ਤੇ ਫਿਰ ਤੈਨੂੰ ਵਿਖਾ ਦੇਵਾਂਗੇ ਵੀ ਸਾਰਾ ਕੁਝ ਕਿਸ ਤਰ੍ਹਾਂ ਹੋ ਰਿਹਾ। ਸਵੇਰੇ ਕੱਲ ਆ ਜੀ ਕਹਿਣ ਲੱਗੇ। ਉਹ ਸਵੇਰੇ ਆਇਆ, ਹਾਜ਼ਰ ਹੋਇਆ, ਕਹਿਣ ਲੱਗੇ ਬਹਿ ਜਾ ਇੱਥੇ। ਬੈਠ ਗਿਆ। ਕਹਿੰਦੇ ਬੋਲ ਵਾਹਿਗੁਰੂ। ਉਹਨੇ ਵਾਹਿਗੁਰੂ ਆਖਿਆ, ਉੱਥੇ ਸੁਰਤ ਜੁੜ ਗਈ। ਉੱਥੇ ਸੁਰਤ ਜੁੜ ਗਈ। ਤੇ ਜਦੋਂ ਸ਼ਾਮ ਨੂੰ ਸੂਰਜ ਛਿਪਿਆ ਨਾ ਤੇ ਮਹਾਂਪੁਰਖਾਂ ਦੇ ਬੋਲ ਵਾਹਿਗੁਰੂ। ਉਹਨੇ ਵਾਹਿਗੁਰੂ ਬੋਲਿਆ। ਉਹ ਹੈਰਾਨ ਹੋਣ ਡਿਆ ਵੀ ਮੈਂ ਸਵੇਰੇ ਜਦੋਂ ਆਇਆ ਸਾਂ ਦਿਨ ਚੜ੍ਹਨ ਡਿਆ ਸੀ ਤੇ ਹੁਣ ਤੇ ਸੂਰਜ ਵੀ ਛਿਪ ਗਿਆ, ਸਾਰਾ ਦਿਨ ਕਿਸ ਤਰ੍ਹਾਂ ਲੰਘ ਗਿਆ। ਉਹਨੇ ਮਹਾਂਪੁਰਖਾਂ ਦੇ ਕੋਲ ਬੈਠ ਕੇ ਜਦੋਂ ਨੇਤਰ ਖੋਲੇ ਤੇ ਬਾਬਾ ਜੀ ਕਹਿੰਦੇ ਦੱਸ ਵੀ ਪਿਆਰਿਆ, ਕੱਲ ਤੂੰ ਸਾਨੂੰ ਪੁੱਛਿਆ ਸੀ ਵੀ ਕਿਸ ਤਰ੍ਹਾਂ ਇੰਨਾ ਚਿਰ ਚੌਂਕੜਾ ਲਾ ਕੇ ਬੈਠੇ ਨੇ, ਤੇ ਤੂੰ ਦੱਸ ਵੀ ਤੇਰਾ ਦਿਨ ਕਿਸ ਤਰ੍ਹਾਂ ਲੰਘਿਆ। ਕਹਿੰਦਾ ਜੀ ਮੈਨੂੰ ਤੇ ਪਤਾ ਹੀ ਨਹੀਂ ਲੱਗਾ, ਆਨੰਦ ਹੀ ਬਣੇ ਰਹੇ। ਕਹਿੰਦੇ ਕੋਈ ਖਾਣ ਨੂੰ ਜੀ ਕੀਤਾ? ਕਹਿੰਦਾ ਨਹੀਂ। ਕਹਿੰਦੇ ਨੀਂਦ ਆਈ? ਕਹਿੰਦਾ ਨਹੀਂ। ਕੋਈ ਫੁਰਨੇ ਆਏ? ਕਹਿੰਦਾ ਨਹੀਂ। ਕਹਿਣ ਲੱਗਾ ਬਸ ਇਹ ਆਨੰਦ ਹੀ ਜਿਹੜਾ ਪੂਰਨ ਪੁਰਸ਼ਾਂ ਦੇ ਰਾਹੀਂ ਬੰਦੇ ਨੂੰ ਪ੍ਰਾਪਤ ਹੁੰਦਾ ਹੈ, ਆਪਣੀ ਮਰਜ਼ੀ ਦੀ ਖੇਡ ਨਹੀਂ ਹੈਗੀ। ਬੜੀ ਦੁਨੀਆ ਖਪਣ ਡਈ ਜੇ, ਬੜੀ ਦੁਨੀਆ ਖਪਣ ਡਈ, ਸਿਹੜਾ ਅਲੋਣੀ ਚਟਣੀ, ਕੋਈ ਖੇਡ ਨਹੀਂ, ਕੋਈ ਤਮਾਸ਼ਾ ਨਹੀਂ। ਭਗਤ ਕਬੀਰ ਜੀ ਕਹਿੰਦੇ ਲੋਕਾਂ ਨੇ ਖੇਡ ਬਣਾਈ, ਲੋਗਨ ਰਾਮ ਖਿਲਾਉਣਾ ਜਾਣਾ। ਪੁੱਛਣਾ ਪੈਂਦਾ ਜੀ, ਪੂਰਨ ਪੁਰਸ਼ਾਂ ਦੇ ਰਾਹੀਂ ਗੱਲ ਬਣਦੀ ਹੈ। ਤੁਸੀਂ ਵੀ ਗ੍ਰਸਤੀ ਜੇ ਤੇ ਬਾਬਾ ਪਾਲ ਸਿੰਘ ਜੀ ਵੀ ਗ੍ਰਸਤੀ ਸਨ ਜੀ। ਹੋ ਸਕਦਾ ਤੁਹਾਡੇ ਨਾਲੋਂ ਉਹਨਾਂ ਦਾ ਗ੍ਰਸਤ ਵੱਡਾ ਹੋਵੇ। ਬਹੁਤ ਸਾਰੇ ਗ੍ਰਸਤੀਆਂ ਦਾ ਇੱਕੋ ਬੱਚਾ ਜੀ, ਤੇ ਬਹੁਤਾਤ ਗ੍ਰਸਤੀਆਂ ਦੇ 2 ਬੱਚੇ ਨੇ, ਪੁੱਤ ਜਾਂ ਧੀ ਜੀ। ਬਹੁਤਿਆਂ ਦੀ ਇੱਛਾ ਵੀ ਇਹੀ ਹੁੰਦੀ ਹੈ। ਉਹਨਾਂ ਦੀਆਂ 3 ਧੀਆਂ 3, ਤੇ ਸੰਸਾਰ ਵਿੱਚ ਵੇਖ ਲਓ 3 ਧੀਆਂ ਦੇ ਬਾਪ ਨੂੰ, ਦੁਨੀਆਦਾਰ ਨੂੰ ਕਿਤੇ ਵਾਹਿਗੁਰੂ ਦਾ ਚੇਤਾ ਆਉਂਦਾ ਜੀ? ਦਿਨ ਰਾਤ ਉਹਨੂੰ ਫਿਕਰ ਤੇ ਚਿੰਤਾ ਵੱਡ ਖਾਂਦੀ ਹੈ ਵੀ ਇਹਨਾਂ ਨੂੰ ਪਾਲਣਾ ਕਿਸ ਤਰ੍ਹਾਂ, ਤੇ ਪੜ੍ਹਾਉਣਾ ਕਿਸ ਤਰ੍ਹਾਂ, ਤੇ ਵਿਆਹੁਣਾ ਕਿਸ ਤਰ੍ਹਾਂ, ਤੇ ਮਗਰੋਂ ਮੁੜ ਕੇ ਕਿਸ ਤਰ੍ਹਾਂ ਸਮਾਈ ਕਰਨੀ ਹੈ। ਚਿੰਤਾ ਵੱਡ ਖਾਂਦੀ ਹੈ। ਪਰ ਹੋਇਆ ਕੀ? ਉਹਨਾਂ ਦਾ ਗੁਰਮੁਖਾਂ ਦੇ ਨਾਲ ਮਿਲਾਪ ਹੋ ਗਿਆ, ਮਹਾਂਪੁਰਖਾਂ ਦੇ ਨਾਲ ਮਿਲਾਪ ਹੋ ਗਿਆ ਜੀ।
ਮਿਸਤਰੀ ਮਕਾਨ ਬਣਾ ਸਕਦਾ ਹੈ, ਵਾਇਰਿੰਗ ਨਹੀਂ ਕਰ ਸਕਦਾ। ਵਾਇਰਿੰਗ ਕਰਨ ਵਾਲਾ ਬੜੇ ਵਧੀਆ ਢੰਗ ਦੇ ਨਾਲ ਸਾਰਾ ਕੰਮ ਕਰੇਗਾ, ਸੁੱਚ ਜਿੱਥੇ ਲਾਉਣੇ ਲਾਏਗਾ, ਤਾਰਾਂ ਪਾਏਗਾ, ਪੱਖਾ ਏਸੀ ਕੂਲਰ ਸਾਰਿਆਂ ਥਾਵਾਂ ਤੇ ਹਰ ਚੀਜ਼ ਫਿੱਟ ਕਰੇਗਾ, ਪਰ ਉਹ ਕਨੈਕਸ਼ਨ ਨਹੀਂ ਜੇ ਦੇ ਸਕਦਾ। ਮਿਸਤਰੀ ਵਾਇਰਿੰਗ ਨਹੀਂ ਕਰ ਸਕਦਾ, ਵਾਇਰਿੰਗ ਕਰਨ ਵਾਲਾ ਕਨੈਕਸ਼ਨ ਨਹੀਂ ਜੇ ਦੇ ਸਕਦਾ। ਕਨੈਕਸ਼ਨ ਜਿਹੜਾ ਉਹ ਦਫ਼ਤਰ ਵਿੱਚ ਜਾ ਕੇ ਤੁਹਾਨੂੰ ਲਿਖਾਉਣਾ ਪਏਗਾ ਤੇ ਮੌਕੇ ਦਾ ਸਰਕਾਰੀ ਅਫਸਰ ਸਾਈਨ ਕਰੇਗਾ, ਬੰਦੇ ਭੇਜੇਗਾ, ਫਿਰ ਕਨੈਕਸ਼ਨ ਜਿਹੜਾ ਉਹ ਮਿਲੇਗਾ। ਮਹਾਂਪੁਰਖ ਬਾਬਾ ਜੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੈਠੇ, ਦੋ ਸੇਵਕਾਂ ਦੀ ਡਿਊਟੀ ਲਾਈ, ਕਹਿਣ ਲੱਗੇ ਗੁਰਮੁਖੋ ਲੁਧਿਆਣੇ ਫੈਕਟਰੀ ਦੇ ਵਿੱਚ ਸਰਦਾਰ ਕਰਮ ਸਿੰਘ ਭੋਗਲ ਰਹਿੰਦੇ ਨੇ, ਜਾਓ ਉਹਨਾਂ ਨੂੰ ਸੱਦ ਕੇ ਲਿਆਓ। ਐਡਰੈਸ ਮਹਾਂਪੁਰਖਾਂ ਨੇ ਦੱਸ ਦਿੱਤਾ। ਸੇਵਾਦਾਰ ਪਹੁੰਚੇ, ਕਹਿਣ ਲੱਗੇ ਸਰਦਾਰ ਜੀ ਤੁਹਾਨੂੰ ਬਾਬਾ ਜਵਾਲਾ ਸਿੰਘ ਜੀ ਔਰ ਖੋਵਾਲ ਵਾਲਿਆਂ ਨੇ ਸੱਦਿਆ। ਉਹ ਕਹਿੰਦਾ ਜੀ ਮੈਂ ਤਾਂ ਨਹੀਂ ਜਾਣਦਾ ਉਹ ਕੌਣ ਨੇ, ਮੈਂ ਜਾਣਦਾ ਹੀ ਨਹੀਂ ਉਹ ਕੌਣ ਨੇ, ਤੇ ਮੇਰੇ ਨਾਲ ਉਹਨਾਂ ਨੂੰ ਕੀ ਮਤਲਬ ਆ, ਕਿਉਂ ਮੈਨੂੰ ਉਹਨਾਂ ਸੱਦਿਆ, ਕਾਹਦੇ ਲਈ ਸੱਦਿਆ? ਉਹ ਕਹਿਣ ਲੱਗੇ ਜੀ ਸਾਨੂੰ ਨਹੀਂ ਪਤਾ ਕਾਹਦੇ ਲਈ ਸੱਦਿਆ, ਸਾਨੂੰ ਉਹਨਾਂ ਨੇ ਹੁਕਮ ਕੀਤਾ ਤਾਂ ਅਸੀਂ ਤੁਹਾਡੇ ਕੋਲ ਆ ਗਏ ਆ। ਉਹ ਕਹਿਣ ਲੱਗੇ ਜੀ ਮੈਂ ਵਿਹਲਾ ਨਹੀਂ, ਇੱਕ ਦੇ ਕਾਰੋਬਾਰ ਦੀ ਜ਼ਿੰਮੇਵਾਰੀ ਆ ਤੇ ਦੂਜਾ ਮੇਰਾ ਨਿਤਨੇਮ ਤੇ ਸਿਮਰਨ ਦਾ ਅਭਿਆਸ ਬੜਾ, ਮੇਰੇ ਕੋਲ ਸਮਾਂ ਬੜਾ ਘੱਟ ਮਿਲਦਾ, ਮੈਂ ਇੰਨਾ ਜਾ ਨਹੀਂ ਸਕਦਾ। ਪ੍ਰੇਮੀਆਂ ਨੇ ਕਿਹਾ ਵੀ ਕੋਈ ਖਾਸ ਗੱਲ ਹੋਏਗੀ, ਨਹੀਂ ਤੇ ਉਹ ਤੇ ਕਿਸੇ ਰਾਜੇ ਮਹਾਰਾਜੇ ਦੇ ਆਇਆ ਵੀ ਬੂਹਾ ਨਹੀਂ ਖੋਲਦੇ, ਤੈਨੂੰ ਉਹਨਾਂ ਚੇਚਾ ਸੱਦਿਆ, ਕੋਈ ਗੱਲ ਹੋਏਗੀ, ਜਾਣ ਦਾ ਡਰ ਹੈ। ਧਾਰਮਿਕ ਪੁਰਸ਼ ਸੀ, ਮੰਨਣ ਚ ਆ ਗਈ ਗੱਲ। ਜਦੋਂ ਬਾਬਾ ਜੀ ਦੇ ਕੋਲ ਗਿਆ ਨਾ ਜੀ, ਬਾਬਾ ਜਵਾਲਾ ਸਿੰਘ ਜੀ ਲਾਗੇ ਬਿਠਾ ਲਿਆ, ਮਿਹਰ ਦੀ ਬਾਈ ਨਿਗਾਹ ਤੇ ਉਹਦੀ ਸੁਰਤ ਜੁੜ ਗਈ। 3 ਦਿਨ ਸਮਾਧੀ ਲੱਗੀ ਰਹੀ ਹੈ, 3 ਦਿਨ ਜੀ। ਤੇ 3 ਦਿਨ ਜਦੋਂ ਉਹਨੇ ਅੱਖ ਖੋਲੀ ਨਾ, ਮਹਾਂਪੁਰਖ ਕਹਿਣ ਲੱਗੇ ਛਕਣਾ ਕੁਝ? ਕਹਿੰਦਾ ਜੀ ਆਨੰਦ ਬਣੇ ਪਏ ਨੇ, ਛਕਣ ਦੀ ਨਹੀਂ ਇੱਛਾ। ਕਹਿਣ ਲੱਗੇ ਚੰਗਾ ਫਿਰ ਹੁਣ ਕਰੋ ਆਪਣਾ ਕੰਮਕਾਰ, ਜਾਓ। ਉਹ ਚਲਾ ਗਿਆ, ਮਗਰੋਂ ਸੇਵਾਦਾਰ ਨਜ਼ਦੀਕੀ ਬਾਬਾ ਜੀ ਦੇ ਨਾਲ ਰੁੱਸ ਗਏ ਜੀ। ਉਹ ਕਹਿੰਦੇ ਬਾਬਾ ਜੀ ਸਾਨੂੰ 20-30 ਸਾਲ ਹੋ ਗਏ ਦਿਨ ਰਾਤ ਤੁਹਾਡੇ ਨਾਲ, ਅਸੀਂ ਤੇ ਉਂਝ ਹੀ ਤੁਰੇ ਫਿਰਦੇ ਹਾਂ, ਤੇ ਇਹਨੂੰ ਉੱਥੋਂ ਫੈਕਟਰੀ 'ਚ ਕੰਮ ਕਰਦੇ ਨੂੰ ਸੱਦ ਕੇ ਕਹਿਣ ਲੱਗੇ ਤੇ ਇੰਨੀਆਂ ਮਿਹਰਾਂ ਕਰ ਦਿੱਤੀਆਂ। ਬਾਬਾ ਜੀ ਕਹਿਣ ਲੱਗੇ ਮੈਂ ਇਹਨੂੰ ਕੁਝ ਨਹੀਂ ਦਿੱਤਾ, ਮੈਂ ਕੁਝ ਨਹੀਂ ਦਿੱਤਾ, ਮੈਂ ਸਿਰਫ ਕਨੈਕਸ਼ਨ ਹੀ ਦਿੱਤਾ। ਕਹਿਣ ਲੱਗੇ ਹੋਰ ਕੁਝ ਨਹੀਂ ਦਿੱਤਾ, ਕਮਾਈ ਇਹਦੀ ਆਪਣੀ ਸੀ। ਕਹਿਣ ਲੱਗੇ ਕਮਾਈ ਇਹਦੀ ਆਪਣੀ ਸੀ, ਮੈਨੂੰ ਹੁਕਮ ਹੋਇਆ ਸੀ ਪਿੱਛੋਂ ਅਕਾਲ ਪੁਰਖ ਵੱਲੋਂ ਕਿ ਫਲਾਨਾ ਬੰਦਾ ਜਿਹੜਾ ਉਹਦੀ ਕਮਾਈ ਪ੍ਰਵਾਨ ਹੋ ਗਈ, ਇਹਨੂੰ ਕਨੈਕਸ਼ਨ ਦੇ ਦਿਓ, ਮੈਂ ਸਿਰਫ ਇਹਨੂੰ ਜੋੜਿਆ। ਕਹਿਣ ਲੱਗੇ ਜਿਹੜੀ ਮੇਰੀ ਡਿਊਟੀ ਲੱਗੀ ਸੀ। ਹਾਂਜੀ, ਇਹ ਕਨੈਕਸ਼ਨ ਬਾਬਾ ਪਾਲ ਸਿੰਘ ਜੀ ਦਾ ਸੰਤ ਬਾਬਾ ਦਲੇਲ ਸਿੰਘ ਜੀ ਨੇ ਜੋੜਿਆ। ਡਿਊਟੀਆਂ ਨੇ ਨਾ, ਜ਼ਿੰਮੇਵਾਰੀਆਂ ਨੇ ਦਰਗਾਹੋਂ ਲੱਗੀਆਂ। ਹੁਣ ਜਣਾ ਖਣਾ ਬੰਦਾ ਜਾ ਕੇ ਕਿਸੇ ਵੱਡੇ ਅਹੁਦੇ ਤੇ ਦਫ਼ਤਰ ਵਿੱਚ ਥੋੜਾ ਬੈਠ ਸਕਦਾ ਜੀ। ਹਾਂਜੀ, ਜਿਹਨੇ ਕੋਰਸ ਪਾਸ ਕੀਤੇ ਨੇ, ਜਿਹਨੇ ਸਾਰਾ ਕੁਝ ਕੀਤਾ ਏ, ਹਾਂਜੀ ਪਾਸ ਹੋਇਆ ਏ, ਜ਼ਿੰਮੇਵਾਰੀ ਦਿੱਤੀ ਗਈ ਆ, ਉਹਦਾ ਹੀ ਆਰਡਰ ਚੱਲੇਗਾ ਜੀ ਉੱਥੇ। ਇਸੇ ਤਰ੍ਹਾਂ ਇਹ ਮਹਾਂਪੁਰਖ ਧੁਰ ਦਰਗਾਹੋਂ ਜੀਵਾਂ ਨੂੰ ਜੋੜਨ ਵਾਸਤੇ ਆਉਂਦੇ। ਤੁਸੀਂ ਕਿੰਨੀ ਵਾਰ ਬਚਨ ਪੜ੍ਹਿਆ ਤੇ ਸੁਣਿਆ, ਜਨਮ ਮਰਨ ਦੋਹੂ ਮਹਿ ਨਾਹੀ। ਹੁਣ ਸਾਰਾ ਸੰਸਾਰ ਜੰਮਣ ਮਰਨ ਵਿੱਚ ਹੈ ਜੀ। ਮਹਾਰਾਜ ਕਹਿੰਦੇ ਇਹ ਇਹਨਾਂ ਦੋਵਾਂ ਵਿੱਚ ਨਹੀਂ ਹੈਗੇ। ਤੇ ਫਿਰ ਇੱਥੇ ਤੇ ਜਿਹੜਾ ਵੀ ਆਇਆ, ਜਿਹੜਾ ਵੀ ਜੰਮਿਆ, ਉਹ ਮਰਨ ਵਾਸਤੇ ਹੀ ਆਇਆ ਜੀ। ਫਿਰ ਮਰਨ ਲਿਖਾਏ ਮੰਡਲ ਮਹਿ ਆਏ, ਜਿਹੜਾ ਵੀ ਆਇਆ ਉਹਨੇ ਮਰਨਾ। ਇਹਦੇ ਜਨਮ ਮਰਨ ਦੇ ਵਿੱਚ ਨਹੀਂ ਹੈਗੇ, ਤੇ ਫਿਰ ਕਾਹਦੇ ਲਈ ਆਏ ਨੇ, ਇੱਥੇ ਕੀ ਕਰਨ ਵਾਸਤੇ ਆਏ ਆ? ਮਹਾਰਾਜ ਕਹਿੰਦੇ ਜਨ ਪਰਉਪਕਾਰੀ ਆਏ, ਇਹ ਦੂਜਿਆਂ ਦਾ ਭਲਾ ਕਰਨ ਵਾਸਤੇ ਆਏ ਨੇ, ਇਹ ਟੁੱਟਿਆ ਨੂੰ ਜੋੜਨ ਵਾਸਤੇ ਆਏ ਨੇ, ਸਮਤ ਦੇਣ ਵਾਸਤੇ ਆਏ ਨੇ, ਸੋਧੀ ਬਖਸ਼ਣ ਵਾਸਤੇ ਆਏ ਨੇ। ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਨ ਮਿਲਾਏ। ਬਾਬਾ ਪਾਲ ਸਿੰਘ ਜੀ ਹੋਣਾ ਦੀ ਆਪਣੀ ਕਮਾਈ ਬੜੀ ਸੀ, ਤੇ ਸੰਤ ਦਲੇਲ ਸਿੰਘ ਜੀ ਮਹਾਂਪੁਰਖਾਂ ਨੇ ਉਹਨਾਂ ਦਾ ਕਨੈਕਸ਼ਨ ਜੋੜ ਦਿੱਤਾ ਜੀ। ਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆ ਉਹਨਾਂ ਨੇ ਗੁਰਮਤ ਆਪਣੇ ਹਿਰਦੇ ਵਿੱਚ ਵਸਾ ਲਈ। ਗੁਰਮਤ ਕੀ ਹੈ ਜੀ? ਅੰਦਰ ਗਿਆਨ, ਮੂੰਹ ਵਿੱਚ ਨਾਮ, ਤੇ ਮੋਹ ਰਹਿਤ ਜੀਵਨ।
ਮਹਾਂਪੁਰਖਾਂ ਕੋਲੋਂ ਸਮੱਤ ਮਿਲ ਗਈ, ਅੰਦਰ ਗਿਆਨ ਹੋ ਗਿਆ ਜੀ, ਚਾਨਣ ਹੋ ਗਿਆ, ਪਤਾ ਲੱਗ ਗਿਆ ਕਿ ਇਹ ਸੰਸਾਰ ਸਭ ਆਮਣ ਜਾਣਾ, ਮਨ ਮੂਰਖ ਚੇਤਾ ਜਾਣਾ। ਇਹ ਸੰਸਾਰ ਪਰਮੇਸ਼ਰ ਨੇ ਐਸਾ ਬਣਾਇਆ ਹੈ, ਇੱਥੇ ਜਿਹੜਾ ਆਇਆ ਉਹਨੂੰ ਇੱਥੋਂ ਜਾਣਾ ਪੈਣਾ। ਅੰਦਰ ਗਿਆਨ ਹੋ ਗਿਆ, ਮਹਾਂਪੁਰਖਾਂ ਦੀ ਆਸ਼ੀਰਵਾਦ ਨਾਲ ਰਸਨਾ ਤੇ ਨਾਮ ਵਸ ਗਿਆ ਤੇ ਜੀਵਨ ਮੋਹ ਰਹਿਤ ਹੋ ਗਿਆ। ਤੁਸੀਂ ਵੇਖਿਆ ਉਹਨਾਂ ਨੂੰ ਮੋਹ ਨਹੀਂ ਸੀ ਕਿਸੇ ਨਾਲ ਹੈਗਾ ਜੀ। ਮੈਂ ਆਪਣੇ ਅੱਖੀ ਵੇਖੀ ਇਹ ਗੱਲ, ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਬੱਚਿਆਂ ਨੂੰ, ਧੀਆਂ ਨੂੰ, ਘਰ ਵਾਲਿਆਂ ਨੂੰ ਪਤਾ ਨਹੀਂ ਸੀ ਉਹ ਕਿੱਥੇ ਹੈਗੇ ਨੇ ਜੀ। ਤੁਸੀਂ ਗ੍ਰਸਤੀ ਜੇ 2-4 ਘੰਟੇ ਘਰੋਂ ਬਾਹਰ ਆ ਜਾਓ ਤੇ ਵੇਖ ਲਓ ਕਿੰਨਾ ਫਿਕਰ ਹੁੰਦਾ, ਕਿੰਨੀ ਕਾਹਲੀ ਹੁੰਦੀ ਘਰ ਜਾਣਾ। ਬੱਚੇ ਡੀਕਣ ਡਏ ਨੇ, ਘਰ ਵਾਲੀ ਡੀਕਣ ਡਈ ਆ, ਫਲਾਨਾ ਡੀਕਣ ਡਿਆ ਏ। ਪਰਿਵਾਰ ਨੂੰ ਪਤਾ ਹੀ ਨਹੀਂ ਸੀ ਹੁੰਦਾ। ਜਦੋਂ ਚੋਲਾ ਸਾਹਿਬ ਉਹਨਾਂ ਨੇ ਜਾਣਾ ਤੇ ਭੈਣਾਂ ਨੇ ਜਾਣਾ ਮਿਲਣ ਵਾਸਤੇ, ਤਾਂ ਉਹਨਾਂ ਪੁੱਛਣਾ ਕਿ ਸਾਡਾ ਬਾਪੂ ਕਿੱਥੇ ਆ। ਹੁਣ ਕਿਸੇ ਨੂੰ ਪਤਾ ਹੋਵੇ ਤਾਂ ਕੋਈ ਦੱਸੇ ਵੀ ਬਾਪੂ ਕਿੱਥੇ ਆ ਜੀ। ਉਹ ਤੇ ਮੌਜ ਦੇ ਮਾਲਕ, ਕਦੀ ਘੜਕੇ ਤੇ ਕਦੀ ਧੁੰਨੀ ਤੇ ਕਦੀ ਚੰਬੇ ਮਾਲਾ ਫੜੀ, ਨਾਮ ਜਪਦੇ ਜਪਦੇ ਕਦੀ ਐ ਨੂੰ ਤੇ ਕਦੀ ਐ ਨੂੰ। ਜਿੱਥੇ ਗਏ 10 ਸਰੀਰਾਂ ਨੂੰ ਨਾਲ ਬਿਠਾ ਕੇ ਉਹਨਾਂ ਨੂੰ ਲਾ ਲਿਆ ਜੀ। ਇਹਨਾਂ ਲੱਭਦੇ ਫਿਰਨਾ ਜੀ ਵੀ ਕਿੱਥੇ ਨੇ। ਤੁਸੀਂ ਵੇਖੋ ਗ੍ਰਸਤੀ ਬੰਦਾ ਕਿੰਨਾ ਕੁ ਘਰੋਂ ਦੂਰ ਰਹਿ ਸਕਦਾ। ਭਾਵੇਂ ਜਿੰਨੇ ਤੁਸੀਂ ਮਰਜ਼ੀ ਧਾਰਮਿਕ ਹੋਵੋ, ਕੋਈ ਵਿਰਲਾ ਬੰਦਾ ਹੋਏਗਾ ਜਿਹੜਾ ਮੋਹ ਤੋਂ ਰਹਿਤ ਹੈਗਾ। ਮੋਹ ਨੇ ਐ ਸਕੰਜਾ ਕੱਸਿਆ ਪਿਆ ਜੀ, ਗੁਣੀ ਗਿਆਨੀ ਭੱਜੇ ਜਾਂਦੇ ਘਰ ਨੂੰ, ਭੱਜੇ ਜਾਂਦੇ ਨੇ। ਅੰਦਰ ਗਿਆਨ। ਬਾਬਾ ਦਇਆ ਸਿੰਘ ਜੀ ਬੈਠੇ, ਇੱਕ ਪ੍ਰੇਮੀ ਕਹਿਣ ਲੱਗਾ ਜੀ ਮੈਂ ਅਨਪੜ੍ਹ ਬੰਦਾ ਹੈਗਾ ਤੇ ਬੜੀਆਂ ਗੱਲਾਂ ਗੁਣੀ ਗਿਆਨੀ ਸੁਣਾਉਂਦੇ, ਸਾਨੂੰ ਨਹੀਂ ਕਹਿੰਦਾ ਯਾਦ ਰਹਿੰਦੀਆਂ, ਭੁੱਲ ਜਾਂਦੀਆਂ। ਅਸੀਂ ਕਾਰੋਬਾਰੀ ਬੰਦੇ, ਅਨਪੜ੍ਹ ਬੰਦੇ ਆ। ਇੱਕ ਗੱਲ ਤੇ ਕਹਿੰਦਾ ਬੜਾ ਜ਼ੋਰ ਦਿੰਦੇ ਸਾਰੇ, ਆਂਦੇ ਜੀ ਗੁਰਮਤ ਦੇ ਧਾਰਨੀ ਹੋਵੋ, ਗੁਰਮਤ ਦੇ ਧਾਰਨੀ ਹੋਵੋ। ਕਹਿੰਦਾ ਜੀ ਮੈਨੂੰ ਅੱਜ ਤੱਕ ਨਹੀਂ ਜੇ ਪਤਾ ਲੱਗਾ ਵੀ ਗੁਰਮਤ ਕੀ ਹੁੰਦੀ ਹੈ। ਮੈਨੂੰ ਨਹੀਂ ਕਹਿੰਦਾ ਸਮਝ ਆਈ ਅੱਜ ਤੱਕ। ਤੇ ਤੁਹਾਡੇ ਵਿੱਚੋਂ 100 ਬੰਦੇ ਨੂੰ ਪੁੱਛ ਕੇ ਵੇਖ ਲਓ, ਗੱਲ ਇੱਥੇ ਆਉਣੀ ਜੇ। ਕਹਿਣਾ ਕਈਆਂ ਨੇ ਵੀ ਸਾਨੂੰ ਸੁਣਿਆ ਜ਼ਰੂਰ, ਸਾਨੂੰ ਨਹੀਂ ਪਤਾ ਗੁਰਮਤ ਕੀ ਹੁੰਦੀ ਹੈ। ਤੇ ਮਹਾਂਪੁਰਖ ਕਹਿਣ ਲੱਗੇ ਲੈ ਸੁਣ ਲਾ, ਫਿਰ ਤੈਨੂੰ ਸੌਖਾ ਜਿਹਾ ਢੰਗ ਦੱਸ ਦਿੰਦੇ, ਤੈਨੂੰ ਭੁੱਲੂ ਨਹੀਂ ਕਿਤੇ ਕਦੇ। ਕਹਿੰਦਾ ਦੱਸੋ ਜੀ। ਕਹਿੰਦੇ ਅੰਦਰ ਗਿਆਨ। ਗਿਆਨ ਕਹਿੰਦੇ ਚਾਨਣ ਨੂੰ, ਜਾਣਕਾਰੀ ਨੂੰ। ਜਿਸ ਬੰਦੇ ਦੇ ਅੰਦਰ ਹਨੇਰਾ ਜੀ, ਤੁਹਾਨੂੰ ਦਿਸਣਾ ਕਿ ਕੁਝ ਵੀ ਨਹੀਂ ਪਤਾ ਲੱਗਣਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਉਹਨਾਂ ਨੂੰ ਪੁੱਛੋ ਜਾ ਕੇ, ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਕਰ ਲਿਆ ਮੁਖ, ਤੇ ਜਿਹੜੀ ਗੱਲ ਗੁਰੂ ਨੇ ਕਹੀ ਉਹਦੇ ਵਿੱਚ ਸਾਵਧਾਨ ਤੇ ਤਤਪਰ ਹੋ ਗਏ, ਲੱਗ ਪਏ ਜੀ ਉਹਦੇ ਵਿੱਚ। ਮਾਰੇ ਕਹਿ ਲੱਗੇ ਭਾਈ ਚੂੜ, ਨਦੀ ਦਾ ਪਾਣੀ ਸੁੱਕ ਗਿਆ ਹੀ ਤੇ ਬਣਾਉਣੀ ਆ ਦੀਵਾਰ, ਕੰਧ ਬਣਾਉਣੀ ਆ, ਪੱਥਰ ਢੋ ਢੋ ਕੇ ਢੇਰ ਲਾਉਣਾ, ਸੰਗਤਾਂ ਨੂੰ ਨਾਲ ਲਾ ਲਾ, ਇੱਥੇ ਢੇਰ ਲਵਾ ਦਿਓ ਪੱਥਰ ਦਾ। ਮਿਸਤਰੀ ਨੂੰ ਆਖਾਂਗੇ ਘੜ ਘੜ ਲਾ ਦੇਗਾ। ਤੇ ਜੇ ਹੁੰਦਾ ਸਾਡੇ ਵਰਗਾ ਤੇ 4 ਚੁਫੇਰੇ ਭੱਜ ਦੌੜ ਕਰਦਾ, ਚਲੋ ਵੀ ਗੁਰਮੁਖੋ ਮਹਾਰਾਜ ਦਾ ਹੁਕਮ ਆ, ਸੱਚੇ ਪਾਤਸ਼ਾਹ ਨੇ ਸੇਵਾ ਲਾਈ ਆ, ਚਲੋ ਆਪਾਂ ਪੱਥਰ ਢੋਣੇ ਆ। ਭਾਈ ਚੂੜ ਨੇ ਸੋਚਿਆ ਮੈਂ ਗ੍ਰਸਤੀ ਬੰਦਾ ਹੈ, ਕਿਤੇ ਕਿਦਾਂ ਹੀ ਆਇਆ ਜਾਂਦਾ। ਧੰਨ ਭਾਗ ਗੁਰੂ ਜੀ ਨੇ ਆਪਣੇ ਮੁਖੋਂ ਸੇਵਾ ਲਾਈ ਆ, ਲੁੱਟ ਲਈਏ ਸੇਵਾ। ਭਾਈ ਚੂੜ ਕੱਲਾ ਹੀ ਡਟ ਗਿਆ ਜੀ। ਜਾ ਕੇ ਦਿਨ ਰਾਤ ਪੱਥਰ ਢੋ ਰਿਹਾ। ਗੁਰੂ ਮਹਾਰਾਜ ਜਾਣਦੇ ਨੇ ਸਾਰਾ ਕੁਝ। ਤੇ 3-4 ਦਿਨ ਜਦੋਂ ਲੰਘ ਗਏ ਨਾ ਜੀ, ਤੇ ਮਹਾਰਾਜ ਕਹਿੰਦੇ ਉਹ ਗੁਰਮੁਖੋ ਭਾਈ ਚੂੜ ਆਇਆ ਸੀ, ਵੇਖਿਆ ਹੀ ਨਹੀਂ, ਮੁੜ ਕੇ ਕਿੱਥੇ ਆਓ। ਤੇ ਜਿਹੜੇ ਮੇਰੇ ਵਰਗੇ ਵਿਹਲੜ ਖਾਣ ਵਾਲੇ ਸੀ ਨਾ ਜੀ, ਉਹ ਕਹਿੰਦੇ ਸੱਚੇ ਪਾਤਸ਼ਾਹ ਤੇ ਪੱਥਰ ਢਾਉਣ ਡਿਆ ਜੀ, ਉਹ ਤੇ ਦਿਨ ਰਾਤ ਹੀ ਲੱਗਾ ਮਹਾਰਾਜ, ਦਿਨ ਰਾਤ ਹੀ ਲੱਗਾ। ਮਹਾਰਾਜ ਕਹਿੰਦੇ ਅੱਛਾ ਚਲੋ ਹਾਂ ਕਿੱਥੇ, ਸਾਨੂੰ ਲੈ ਕੇ ਚੱਲੋ। ਮਹਾਰਾਜ ਉਹਦੇ ਕੋਲ ਆਏ, ਹੱਥਾਂ ਚੋਂ ਲਹੂ ਵਗਣ ਡਿਆ ਜੀ, ਹੱਥ ਘਸ ਗਏ ਪੱਥਰ ਚੁੱਕ ਚੁੱਕ ਕੇ ਜੀ, ਪੈਰ ਘਸ ਗਏ। ਮਹਾਰਾਜ ਕਹਿਣ ਲੱਗੇ ਭਾਈ ਚੂੜ ਤੋਂ ਬੜੀ ਸੇਵਾ ਕੀਤੀ, ਅਸੀਂ ਬੜੇ ਖੁਸ਼ ਹਾਂ ਤੇਰੇ ਉੱਤੇ, ਮੰਗ ਕੁਝ। ਕਹਿੰਦਾ ਮਹਾਰਾਜ ਅਸੀਂ ਗ੍ਰਸਤੀ ਬੰਦੇ ਆ, ਘਰ ਵੀ ਤੇ ਦਿਨ ਰਾਤ ਲੱਗੇ ਰਹੀਦਾ, ਮੈਂ ਕੀ ਇਹੋ ਜਿਹਾ ਕਰ ਲਿਆ ਜਿਹੜਾ ਮੈਂ ਮੰਗਾ, ਮਸਾਂ ਤੇ ਕਿਤੇ ਆਈਦਾ। ਤੇ ਸੱਚੇ ਪਾਤਸ਼ਾਹ ਧੰਨ ਭਾਗ ਤੁਸਾਂ ਸੇਵਾ ਲਾ ਦਿੱਤੀ, ਤੇ ਮੈਨੂੰ ਮੰਗਣ ਤੋਂ ਸ਼ਰਮ ਆਉਂਦੀ, ਮੈਂ ਤੇ ਕੀਤਾ ਹੀ ਕੁਝ ਨਹੀਂ ਤੇ ਮੰਗਾ ਕੀ। ਮਾਰ ਕਹਿੰਦੇ ਨੇ ਅਸੀਂ ਬੜੇ ਪ੍ਰਸੰਨ, ਤੂੰ ਬਚਨ ਕਮਾਇਆ ਸਾਡਾ, ਵੇਖ 3 ਦਿਨ ਹੋ ਗਏ ਤੈਨੂੰ ਲੱਗੇ ਨੂੰ,
ਤੋ ਮੰਗ ਲਾ ਕੁਝ। ਕਹਿੰਦਾ ਮਹਾਰਾਜ ਕੀ ਮੰਗਾ, ਮੈਂ ਕੀਤਾ ਹੀ ਕੁਝ ਨਹੀਂ। ਗੁਰੂ ਜੀ ਕਹਿੰਦੇ ਚੱਲ ਹੁਣ ਬਚਨ ਖਾਲੀ ਨਾ ਜਾਵੇ। ਆ ਸੁਣਿਓ ਧਿਆਨ ਨਾਲ। ਭਾਈ ਚੂੜ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੇ ਤਰੁੱਠੇ ਹੋ ਨਾ ਤੇ ਕਿਰਪਾ ਕਰ ਦਿਓ ਕਿਤੇ ਜ਼ਿੰਦਗੀ 'ਚ ਪੈਰ ਨਾ ਤਿਲਕ ਜੇ। ਕਹਿਣ ਲੱਗਾ ਕਿਤੇ ਜ਼ਿੰਦਗੀ 'ਚ ਪੈਰ ਨਾ ਤਿਲਕ ਜੇ। ਜਦੋਂ ਪੈਰ ਤਿਲਕ ਜੇ ਪਤਾ ਹੁੰਦਾ ਤੁਹਾਨੂੰ ਕੀ ਹੁੰਦਾ ਜੀ? ਜਾਂ ਤੇ ਮੂੰਹ ਪਰਨੇ ਡਿੱਗੂ ਤੇ ਨਾਸਾਂ ਭੱਜਣਗੀਆਂ ਜੀ, ਤੇ ਜਾਂ ਫਿਰ ਪਿਛਲੇ ਬੰਨੇ ਡਿੱਗੂਗਾ ਤੇ ਰੀੜ੍ਹ ਦੀ ਹੱਡੀ ਤੇ ਸੱਟ ਲੱਗੂਗੀ। ਮੈਨੂੰ ਬੜੇ ਲੋਕ ਇਹੋ ਜਿਹੇ ਮਿਲੇ ਜਿਨ੍ਹਾਂ ਦੱਸਿਆ ਵੀ ਮੈਂ ਤਿਲਕ ਕੇ ਡਿੱਗਾ ਤੇ ਤਾਂ ਲੱਕ ਦੁਖਣ ਡਿਆ ਮੇਰਾ ਜੀ। ਹਾਂਜੀ, ਤਿਲਕ ਕੇ ਡਿੱਗੇ ਸਾਂ। ਤਿਲਕ ਕੇ ਡਿੱਗਣਾ ਬੜਾ ਖਤਰਨਾਕ ਹੈਗਾ ਜੀ। ਭਾਈ ਚੂੜ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਜ਼ਿੰਦਗੀ 'ਚ ਕਦੇ ਪੈਰ ਨਾ ਤਿਲਕ ਜੇ। ਕਿਹੜਾ ਪੈਰ? ਜਿਹੜਾ ਗੁਰੂ ਘਰ ਨਾਲ ਪਿਆਰ ਬਣਿਆ, ਇਹ ਸ਼ਰਧਾ 'ਚ ਕਿਤੇ ਫਰਕ ਨਾ ਪੈ ਜਾਏ। ਕਿਉਂ? ਯਾਦ ਰੱਖਿਓ ਸਾਰੀ ਸੰਗਤ, ਸ਼ੰਕਾਵਾਦੀ ਤੇ ਸ਼ਰਧਾਹੀਨ ਤੇ ਅਗਿਆਨੀ ਬੰਦਾ ਕਦੇ ਸੁਖੀ ਨਹੀਂ ਹੋ ਸਕਦਾ, ਕਦੇ ਸੁਖੀ ਨਹੀਂ ਹੋ ਸਕਦਾ। ਸ਼ੰਕਾਵਾਦੀ, ਸ਼ਰਧਾਹੀਨ ਤੇ ਅਗਿਆਨੀ ਬੰਦਾ, ਇਹ ਪੈਰ ਤਿਲਕਣ ਵਾਲੀਆਂ ਗੱਲਾਂ ਨੇ। ਸ਼ੰਕਾਵਾਦੀ ਹੋ ਜਾਣਾ, ਸ਼ਰਧਾਹੀਨ ਹੋ ਜਾਣਾ, ਅਗਿਆਨਤਾ ਵਾਲਾ ਜੀਵਨ, ਤਿਲਕੇ ਹੋਏ ਪੈਰ ਦੀਆਂ ਨਿਸ਼ਾਨੀਆਂ, ਡਿੱਗਿਆ ਹੋਇਆਂ ਦੀਆਂ ਨਿਸ਼ਾਨੀਆਂ। ਸੱਚੇ ਪਾਤਸ਼ਾਹ ਕਿਰਪਾ ਕਰੋ ਕਿਤੇ ਜ਼ਿੰਦਗੀ 'ਚ ਪੈਰ ਨਾ ਤਿਲਕ ਜੇ। ਇਹ ਜਿਹੜਾ ਭਰੋਸਾ ਬਣਿਆ ਨਾ ਗੁਰੂ ਦੀ ਸੇਵਾ ਕਰਕੇ, ਇਸ ਭਰੋਸੇ ਵਿੱਚ ਕਦੇ ਕਮੀ ਨਾ ਆਵੇ। ਅੱਜ ਸੰਤ ਪਾਲ ਸਿੰਘ ਜੀ ਮਹਾਂਪੁਰਖਾਂ ਦਾ ਇੰਨਾ ਸਨਮਾਨ, ਸਤਿਕਾਰ, ਇੰਨਾ ਪਿਆਰ ਤੁਹਾਡੇ ਮਨ 'ਚ, ਉਹਨਾਂ ਦੇ ਭਰੋਸੇ ਨੂੰ ਨਮਸਕਾਰ ਹੈ। ਬੜਾ ਵੱਡਾ ਭਰੋਸਾ ਉਹਨਾਂ ਨੇ ਰੱਖਿਆ। ਨਹੀਂ ਪਰਵਾਹ ਕੀਤੀ ਉਹਨਾਂ ਗਰੀਬੀ ਦੀ, ਨਹੀਂ ਪਰਵਾਹ ਕੀਤੀ ਉਹਨਾਂ ਭਾਈਚਾਰੇ ਦੀਆਂ ਗੱਲਾਂ ਦੀ। ਘਰ ਜਵਾਨ ਬੱਚੀਆਂ ਲੋਕ ਗੱਲਾਂ ਬੜੀਆਂ ਕਰਦੇ ਜੇ, ਕਿਸੇ ਸੰਤ ਨੂੰ, ਕਿਸੇ ਭਾਈ ਨੂੰ ਲੋਕ ਮਾਫ ਨਹੀਂ ਜੇ ਕਰਦੇ। ਇਹੋ ਜਿਹੀਆਂ ਗੱਲਾਂ ਕਹਿੰਦੇ ਜਿਹੜੀਆਂ ਜਰੀਆਂ ਨਾ ਜਾਣ ਜੀ। ਲੋਕ ਕਹਿੰਦੇ ਆ ਧਨ ਕਮਾਈ ਉਹਨਾਂ ਦੀ ਜਿਨ੍ਹਾਂ ਨੇ ਸੰਸਾਰ ਦੀਆਂ, ਸ਼ਰੀਕੇ ਦੀਆਂ, ਦੁਨੀਆ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਜੀ। ਉਹਨਾਂ ਨੇ ਜੋ ਮਰਜ਼ੀ ਕੋਈ ਆਖੀ ਜਾਵੇ, ਕਿਸੇ ਦੀ ਪਰਵਾਹ ਨਹੀਂ ਕੀਤੀ। ਮਹਾਂਪੁਰਖਾਂ ਨੇ ਐਸਾ ਕਨੈਕਸ਼ਨ ਜੋੜਿਆ ਉਹਨਾਂ ਦਾ, ਉਹ ਬੜੇ ਵੱਡੇ ਅਮੀਰ ਬਣ ਗਏ ਜੀ, ਬੜੇ ਧਨਾੜ ਬਣ ਗਏ ਜੀ। ਧਨਾੜ ਸੇ ਧਨਵੰਤ ਹਰ ਨਾਮ ਕਮਾਏ। ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਉਹ ਬੜੇ ਧਨੀ ਬਣ ਗਏ ਜੀ, ਬੜੇ ਵੱਡੇ ਸ਼ਾਹੂਕਾਰ ਬਣ ਗਏ ਜੀ। ਸੱਚਾ ਧਨ ਉਹਨਾਂ ਦੇ ਕੋਲ ਆ ਗਿਆ ਜੀ, ਸੱਚਾ ਧਨ। ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ। ਇਹ ਸਮੱਤ ਪੂਰੇ ਗੁਰੂ ਦੇ ਰਾਹੀਂ ਮਿਲਦੀ ਆ। ਜਿਸ ਗੁਰਮੁਖ ਮਹਾਂਪੁਰਖਾਂ ਦੇ ਹਿਰਦੇ ਵਿੱਚ ਪੂਰਾ ਗੁਰੂ ਬੈਠ ਗਿਆ ਨਾ ਜੀ, ਫਿਰ ਉਥੋਂ ਇਹ ਸਮੱਤ ਮਿਲੇਗੀ। ਜਿਹੜਾ ਸਿੱਧਾ ਲੋਕ ਆਂਦੇ, ਸਿੱਧੀ ਗੱਲ ਨਹੀਂ ਜੇ ਕਿਸੇ ਦੀ ਬਣਦੀ, ਗੱਪਾਂ ਮਾਰਦੇ ਜੀ ਲੋਕ, ਗੱਪਾਂ ਮਾਰਦੇ ਆ। ਇਹ ਜਿੱਥੇ ਗੁਰੂ ਬੈਠ ਕੇ ਪ੍ਰਗਟ ਹੋ ਗਿਆ ਉਥੋਂ ਦੀ ਖੇਡ ਬਣਨੀ ਆ। ਇਸੇ ਵਾਸਤੇ ਬਾਰ-ਬਾਰ ਸਾਨੂੰ ਹੁਕਮ ਆ ਕਿਸੇ ਗੁਰਮੁਖ ਮਹਾਂਪੁਰਖ ਦੀ ਸੰਗਤ ਕਰੋ। ਜਿਸ ਕਿਸੇ ਨੇ ਵੀ ਪ੍ਰਾਪਤੀ ਕੀਤੀ ਤੁਸੀਂ ਵੇਖ ਲਓ। ਬਾਕੀ ਜਿਸ ਨੇ ਵੀ ਕੋਈ ਗਿਆਨ ਧਿਆਨ ਪ੍ਰਾਪਤ ਕੀਤਾ, ਉਹਨੇ ਆਪਣੀ ਮਰਜ਼ੀ ਦੀਆਂ ਗੱਲਾਂ ਕੀਤੀਆਂ, ਲੋਕਾਂ ਨੂੰ ਉਲਟ ਪਾਸੇ ਪਾ ਦਿੱਤਾ ਜੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਹੁਕਮ ਕਰਦੇ, ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਘਾਲ ਥਾਏ ਪਾਈ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਗਰੀਬ ਨਵਾਜ ਪਾਤਸ਼ਾਹ, ਆਪ ਪਛਾਣੇ ਮਨ ਨਿਰਮਲ ਹੋਏ। ਆਹ ਪੰਕਤੀ ਧਿਆਨ ਨਾਲ ਸੁਣੋ ਸਾਰੇ ਜਣੇ। ਆਪ ਪਛਾਣੈ ਮਨ ਨਿਰਮਲ। ਇੱਕ ਵਾਰ ਫਿਰ ਬੋਲੋ ਸਾਰੇ, ਆਪ ਪਛਾਣੈ ਮਨ ਨਿਰਮਲ ਹੋਏ। ਆਪਾਂ ਕੀ ਕਰਦੇ ਭਲਾ ਜੀ? ਆਪਾਂ ਕੀ ਕਰਦੇ ਹੁੰਦੇ ਆ? ਆਪਾਂ ਆਪਣੇ ਆਪ ਨੂੰ ਨਹੀਂ ਕਦੇ ਪਛਾਣਿਆ ਜੀ। ਇਹਨਾਂ ਦੇ ਟਾਈਮ ਹੀ ਨਹੀਂ ਕਦੇ ਕੱਢਦੇ ਅਸੀਂ ਵੀ ਆਪਣੇ ਆਪ ਨੂੰ ਪਛਾਣਨਾ। ਅਸੀਂ ਤੇ ਦੂਜਿਆਂ ਦੀ ਜਾਣ ਪਛਾਣ 'ਚ ਹੀ ਲੱਗੇ ਰਹਿੰਦੇ ਆ। ਸਾਰਾ ਜ਼ੋਰ ਹੀ ਬਾਹਰਲੀ ਜਾਣ ਪਛਾਣ ਤੇ ਲੱਗਾ ਜਾਂਦਾ, ਆਪਣੇ ਆਪ ਨੂੰ ਤੇ ਕੋਈ ਵਿਰਲਾ ਹੀ ਪਛਾਣਦਾ ਹੈ। ਆਪਣੇ ਆਪ ਨੂੰ ਪਛਾਣਨਾ ਭਾਵ ਵੇਖਣਾ ਹੈ, ਜਾਣਨਾ ਹੈ ਕਿ ਮੈਂ ਕੀ ਕਰਦਾ ਹੈ, ਮੈਂ ਕਿੱਥੋਂ ਤੱਕ ਪਹੁੰਚਿਆ ਹੈ, ਮੇਰੀ ਅਵਸਥਾ ਕੈਸੀ ਆ, ਅੰਦਰ ਕੋਈ ਗਿਆਨ ਹੈਗਾ, ਮੈਂ ਨਾਮ ਜਪਦਾ ਹੈ, ਮੋਹ ਘਟਿਆ ਹੈ, ਝੂਠ ਬੋਲਣ ਦੀ ਆਦਤ ਘਟੀ ਆ, ਈਰਖਾ ਘਟੀ ਆ। ਆਪਣੇ ਆਪ ਨੂੰ ਪਛਾਣਨ ਵਾਲਾ ਬੰਦਾ ਜਿਹੜਾ ਉਹ ਤਰੱਕੀ ਕਰ ਜਾਂਦਾ, ਉਹਦਾ ਮਨ ਨਿਰਮਲ ਹੋ ਜਾਂਦਾ ਜੀ। ਹੁਣ ਵੇਖੋ ਨਾ, ਜਦੋਂ ਤੁਸੀਂ ਆਪਣੇ ਘਰ ਵਹਿੰਦੇ ਜੇ ਵੀ ਸਾਡੇ ਘਰ ਕੂੜਾ ਖਿਲ ਰਿਹਾ ਜੀ, ਗੰਦਗੀ ਆ, ਕੀ ਕਰੋਗੇ ਫਿਰ? ਉਹਨੂੰ ਕੱਢੋਗੇ ਨਾ ਬਾਹਰ।
ਭਾਵੇਂ ਕਿਸੇ ਦੀ ਡਿਊਟੀ ਲਾਓ, ਭਾਵੇਂ ਕਿਸੇ ਨੂੰ ਆਖੋ, ਘਰਦਿਆਂ ਨੂੰ ਆਖੋ ਨੌਕਰ ਚੱਕ ਨੂੰ 20 ਹਜ਼ਾਰਾਂ ਤੋਂ ਹਾਂ ਗੰਦਗੀ ਪਈ ਉਹ ਸਫਾਈ ਕਰੋ, ਤੇ ਜਦੋਂ ਤੁਹਾਡੇ ਲੀੜੇ ਮੈਲੇ ਹੁੰਦੇ ਉਦੋਂ ਕੀ ਕਰਦੇ ਹੁੰਦੇ ਜੇ? ਹਾਂਜੀ, ਲਾ ਕੇ ਰੱਖਦੇ ਵੀ ਧੋਵੋ ਇਹਨਾਂ ਨੂੰ, ਸਾਫ਼ ਕਰੋ। ਤੇ ਕਦੇ ਆਪਣੇ ਆਪ ਬਾਰੇ ਵੀ ਸੋਚਿਆ ਵੀ ਅੰਦਰ ਮੈਲਾ ਏ, ਇਹਦਾ ਵੀ ਕੁਝ ਨਾ ਕੁਝ ਕਰੀਏ? ਗੁਰੂ ਜੀ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਵੇ। ਆਪ ਪਛਾਣਨ ਵਾਲਿਆਂ ਵਾਸਤੇ ਮਹਾਰਾਜ ਨੇ ਗੱਲ ਕੀਤੀ ਹੈ ਜੀ। ਪਹਿਲਿਆਂ ਨੂੰ ਤੇ ਦੂਜਿਆਂ ਨੂੰ ਕਹਿ ਦਿੱਤਾ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਕੀ ਹੋਇਆ? ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾ ਮਹਿ ਨਾਮ ਉਤਮ ਸੋ ਸੁਣੇ ਨਾਹੀ, ਫਿਰ ਇਹ ਜਿਉ ਬੇਤਾਲਿਆ। ਕਹਾ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ। ਪਰ ਜਿਨ੍ਹਾਂ ਨੇ ਆਪਣੇ ਆਪ ਨੂੰ ਵੇਖਿਆ ਉਹਨਾਂ ਦੀ ਗੱਲ ਵੀ ਗੁਰੂ ਜੀ ਨੇ ਕਹੀ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਫਿਰ ਉਹਨਾਂ ਨੂੰ ਆਖਿਆ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ। ਕਹਾ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਆਪ ਪਛਾਣੇ ਮਨ ਨਿਰਮਲ ਹੋਏ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਬੜੀ ਵੱਡੀ ਮਹਾਨ ਹਸਤੀ ਹੋਏ, ਬੜੀ ਵੱਡੀ ਮਹਾਨ ਹਸਤੀ, ਬੜਿਆਂ ਤੇ ਮਿਹਰਾਂ ਕੀਤੀਆਂ ਉਹਨਾਂ ਨੇ ਜੀ। ਜਿੱਥੇ ਦ੍ਰਿਸ਼ਟੀ ਪਾਈ ਆਪਣੀ ਇੱਛਾ ਧਾਰ ਕੇ ਬੜੇ ਬੜੇ ਮਨਮੁਖਾਂ ਦੇ ਜੀਵਨ ਵੀ ਉਹਨਾਂ ਨੇ ਸਵਾਰ ਦਿੱਤੇ। ਬਾਬਾ ਜੀ ਦੇ ਸੇਵਕ ਸੰਤ ਤੇਜਾ ਸਿੰਘ ਜੀ ਡਬਲ MA, ਜਿਨ੍ਹਾਂ ਦਿਨਾਂ ਦੇ ਵਿੱਚ ਪਿੰਡਾਂ 'ਚ ਚਿੱਠੀ ਪੜ੍ਹਨ ਵਾਲਾ ਲੱਭਣਾ ਹੋਵੇ ਤਾਂ ਦੂਜੇ ਪਿੰਡੋਂ ਲਿਆਉਣਾ ਪੈਂਦਾ, ਲੱਭ ਕੇ ਉਹਨਾਂ ਦਿਨਾਂ 'ਚੋਂ ਡਬਲ MA ਜੀ। ਗੁਜਰਾਂਵਾਲੇ ਕਾਲਜ ਦੇ ਪ੍ਰਿੰਸੀਪਲ ਰਹੇ, ਬਨਾਰਸ ਯੂਨੀਵਰਸਿਟੀ ਪ੍ਰਿੰਸੀਪਲ ਰਹੇ, ਖਾਲਸਾ ਕਾਲਜ ਦੇ ਪ੍ਰਿੰਸੀਪਲ ਰਹੇ। ਪੜ੍ਹੇ ਬੜੇ ਸਨ ਪਰ ਰੱਬ ਵਾਲੇ ਪਾਸੇ ਧਿਆਨ ਨਹੀਂ ਸੀ ਆਇਆ। ਕਿਸੇ ਨੇ ਬਾਬਾ ਸ਼ਾਮ ਸਿੰਘ ਜੀ ਦੀ ਮਹਿਮਾ ਕੀਤੀ। ਬਾਬਾ ਸ਼ਾਮ ਸਿੰਘ ਜੀ 20 ਘੰਟੇ ਦਰਬਾਰ ਸਾਹਿਬ ਦੀ ਸੇਵਾ ਚਲਾਉਂਦੇ ਸੀ ਜੀ, ਰੋਜ਼ ਕੀਰਤਨ ਵੀ ਕਰਨਾ ਤੇ ਸੇਵਾ ਵੀ ਕਰਨੀ। ਉਹਨਾਂ ਦਿਨਾਂ 'ਚ ਇਹ ਬੜੀਆਂ ਲੰਮੀਆਂ ਗੱਲਾਂ ਨੇ, ਇਸ ਪਾਸੇ ਹੁਣ ਮੈਂ ਨਾ ਜਾਵਾਂ। ਕਿਸੇ ਨੇ ਪ੍ਰੇਰਨਾ ਦਿੱਤੀ ਸੰਤ ਤੇਜਾ ਸਿੰਘ ਜੀ ਨੂੰ ਵੀ ਬਾਬਾ ਸ਼ਾਮ ਸਿੰਘ ਜੀ ਬੜੇ ਵੱਡੇ ਮਹਾਂਪੁਰਖ ਨੇ, ਉਹਨਾਂ ਦੇ ਦਰਸ਼ਨ ਕਰੀਏ। ਪੂਰਬਲਾ ਭਾਗ ਜਾਗਿਆ, ਜਦੋਂ ਆਏ ਮਿਲੇ ਤੇ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ ਸੁਣਿਆ ਸੰਤ ਅਤਰ ਸਿੰਘ ਜੀ ਮਹਾਰਾਜ ਬੜੀ ਮਹਾਨ ਹਸਤੀ ਤੇ ਲਾਹੌਰ ਕੀਰਤਨ ਕਰ ਰਹੇ ਆ। ਲਓ ਇਹ ਗੱਲ ਸੁਣਦਿਆਂ ਸੰਤ ਤੇਜਾ ਸਿੰਘ ਦੇ ਅੰਦਰ ਵਸ ਗਈ ਜੀ ਇਹ ਗੱਲ। ਤੇ ਬਾਹਰ ਆ ਕੇ ਨਾਲ ਦੇ ਨੂੰ ਕਹਿੰਦੇ ਤੇ ਐਡੇ ਵੱਡੇ ਮਹਾਂਪੁਰਖਾਂ ਨੇ ਜਿਨ੍ਹਾਂ ਦੀ ਸਿਫਤ ਕੀਤੀ ਉਹਨਾਂ ਦੇ ਦਰਸ਼ਨ ਵੀ ਕਰੀਏ। ਲਾਹੌਰ ਚਲੇ ਗਏ ਜੀ ਮਗਰ ਕੀਰਤਨ ਸੁਣਿਆ। ਸੰਤ ਅਤਰ ਸਿੰਘ ਜੀ ਤਰਨਤਾਰਨ ਸਾਹਿਬ ਆ ਗਏ, ਬੜੇ ਦਿਨ ਰਹਿੰਦੇ ਹੁੰਦੇ ਇੱਥੇ ਆ ਕੇ। ਇੱਥੇ ਫਿਰ ਸੰਤ ਤੇਜਾ ਸਿੰਘ ਜੀ ਨੇ ਉਹਨਾਂ ਕੋਲ ਅੰਮ੍ਰਿਤ ਛਕ ਲਿਆ ਤੇ ਬਾਬਾ ਅਤਰ ਸਿੰਘ ਜੀ ਨੇ ਉਹਨਾਂ ਨੂੰ ਹੋਰ ਪੜ੍ਹਨ ਦੀ ਸਲਾਹ ਦਿੱਤੀ। ਕਹਿਣ ਲੱਗੇ ਗੁਰੂ ਘਰ ਦੀ ਸੇਵਾ ਕਰਨੀ, ਵਿਦਿਆ ਹੋਰ ਪੜ੍ਹੋ। ਸੰਤ ਤੇਜਾ ਸਿੰਘ ਜੀ ਅਮਰੀਕਾ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹਾਰਵਰਡ ਉੱਥੇ ਪੜ੍ਹਨ ਵਾਸਤੇ ਗਏ। ਕਦੋਂ ਗਏ ਪੜ੍ਹਨ? ਜਦੋਂ ਡਬਲ MA ਕੀਤੀ ਸੀ, ਪ੍ਰਿੰਸੀਪਲ ਸਨ, ਮਹਾਂਪੁਰਖਾਂ ਦਾ ਬਚਨ ਮੰਨ ਕੇ ਫੇਰ ਗਏ ਜੀ ਉੱਥੇ ਪੜ੍ਹਨ ਵਾਸਤੇ ਜੀ। 1 ਸਾਲ ਪੜ੍ਹਦਿਆਂ ਪੜ੍ਹਦਿਆਂ ਜਦੋਂ ਬਤੀਤ ਹੋਇਆ ਨਾ ਜੀ, ਤੇ ਦੂਜੇ ਸਾਲ ਦੀ ਜਮਾਤ ਵਿੱਚ ਬਹਿਣਾ ਸੀ ਤੇ ਉਹਨਾਂ ਨੇ ਚਿੱਠੀ ਹੱਥ 'ਚ ਫੜਾਤੀ। ਕਰਨ ਲੱਗੇ ਦੂਜੇ ਸਾਲ ਦੀ ਜਮਾਤ 'ਚ ਤੁਸੀਂ ਬਹਿ ਨਹੀਂ ਸਕਦੇ। ਕਿਉਂ? ਤੁਹਾਡੀ ਫੀਸ ਨਹੀਂ ਜਮ੍ਹਾਂ ਹੋਈ। ਫੀਸ ਨਹੀਂ ਜਮ੍ਹਾਂ ਹੋਈ, ਇਸ ਵਾਸਤੇ ਤੁਸੀਂ ਅਗਲੀ ਕਲਾਸ ਵਿੱਚ ਨਹੀਂ ਆ ਸਕਦੇ। ਹੁਣ ਇੱਥੇ ਫਿਰ ਸੰਤ ਤੇਜਾ ਸਿੰਘ ਜੀ ਨੇ ਸੋਚਿਆ ਵੀ ਆਪਣੇ ਆਪ ਨੂੰ ਪਛਾਣੀਏ, ਪੂਰਨ ਮਹਾਂਪੁਰਖਾਂ ਦੇ ਭੇਜੇ ਆਏ ਆ, ਇਹ ਰੁਕਾਵਟ ਕਿਉਂ ਪਈ ਹੈ, ਵਿਘਨ ਕਿਉਂ ਪਿਆ ਜੀ? ਆਪਣੀ ਜ਼ਿੰਦਗੀ 'ਚ ਵਿਘਨ ਆਉਂਦੇ ਆ, ਕਦੇ ਸੋਚਦੇ ਅਸੀਂ ਵੀ ਇਹ ਕਿਉਂ ਪਿਆ ਵਾ? ਕਦੀ ਆਪਣਾ ਨੁਕਸ ਲੱਭਿਆ, ਕਦੀ ਆਪਣੀ ਗਲਤੀ ਲੱਭੀ ਆ। ਹਮੇਸ਼ਾ ਦੂਜੇ ਦਾ ਕਸੂਰ ਕੱਢਦੇ ਆ ਕਿ ਤੇਰੇ ਕਰਕੇ ਆ ਹੋਇਆ, ਆਪਣਾ ਨਹੀਂ ਕਦੇ ਸੋਚਿਆ ਵੀ ਮੈਂ ਗਲਤੀ ਕੀਤੀ ਹੈ ਜੀ। ਸੰਤ ਤੇਜਾ ਸਿੰਘ ਜੀ ਘਰ ਆਏ, ਸੋਚਿਆ ਕਿ ਐਡੀ ਮਹਾਨ ਹਸਤੀ ਨੇ ਸਾਨੂੰ ਭੇਜਿਆ ਹੋਵੇ, ਅੱਗੋਂ ਮਿਲ ਜੇ ਜਵਾਬ, ਪਿੱਛੋਂ ਬਖਸ਼ਿਸ਼ ਪੂਰੀ ਆ, ਸਾਡਾ ਕੋਈ ਗੁਨਾਹ ਹੈਗਾ, ਸਾਡੀ ਗਲਤੀ ਹੈ। ਘਰ ਵਾਲੀ ਨੂੰ ਲਿਆ ਨਾਲ, ਬਿਰਸ਼ ਦੇ ਥੱਲੇ ਬਹਿ ਗਏ। ਕਹਿੰਦੇ 10 ਭਾਗਾਂ ਵਾਲੀਏ ਕੋਈ ਫੁਰਨਾ ਤਾਂ ਨਹੀਂ ਬਣਾਇਆ? ਉਹ ਕਹਿੰਦੀ ਜੀ ਬਣਾਇਆ। ਕਹਿੰਦੇ ਕੀ?
ਕਹਿੰਦੀ ਇੱਕ ਹਫ਼ਤਾ ਹੋ ਗਿਆ ਮੈਨੂੰ ਸੋਚਦੀ ਨੂੰ ਕਿ ਮੇਰੇ ਪਤੀ ਜੀ ਬੜੀ ਵੱਡੀ ਵਿੱਦਿਆ ਪੜ੍ਹ ਰਹੇ ਨੇ। ਹਿੰਦੁਸਤਾਨ 'ਚ ਤੇ ਇਹੋ ਜਿਹਾ ਬੰਦਾ ਹੀ ਕੋਈ ਨਹੀਂ ਹੋਣਾ ਜਿਹੜਾ ਇੰਨਾ ਪੜ੍ਹਿਆ ਹੋਵੇ। ਜਾਂਦਿਆਂ ਹੀ ਬੜੀ ਵੱਡੀ ਪਦਵੀ ਮੇਰੇ ਪਤੀ ਨੂੰ ਮਿਲੇਗੀ, ਸਾਡਾ ਘਰ ਨੋਟਾਂ ਨਾਲ ਭਰ ਜਾਏਗਾ, ਅਸੀਂ ਬੜੀ ਵੱਡੀ ਕੋਠੀ ਬਣਾਵਾਂਗੇ, ਵੱਡੀਆਂ ਕਾਰਾਂ ਖਰੀਦਾਂਗੇ, ਅਸੀਂ ਆਹ ਕਰਾਂਗੇ। ਉਹਨੇ ਆਖਿਆ ਵੀ ਤੇਰੇ ਫੁਰਨੇ ਨੇ ਮੈਨੂੰ ਫਸਾਤਾ ਹੀ ਕਹਿਣ ਲੱਗੇ। ਇਹ ਜਿਹੜੇ ਫੁਰਨੇ ਤੂੰ ਬਣਾਉਣੀ ਹੋਣੀ ਅੱਗੇ ਅੜ ਕੇ ਖਲੋ ਗਿਆ। ਜਵਾਬ ਹੋ ਗਿਆ ਵੇਖ ਲੈ ਚਿੱਠੀ। ਉਹ ਕਹਿੰਦੇ ਅਗਲੀ ਕਲਾਸ 'ਚ ਨਹੀਂ ਬਹਿ ਸਕਦੇ। ਉੱਠ ਗਲ 'ਚ ਪਾ ਪੱਲਾ, ਕਰ ਅਰਦਾਸ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਕੇ, ਬਾਬਾ ਅਤਰ ਸਿੰਘ ਜੀ ਨੂੰ ਯਾਦ ਕਰਕੇ, ਮਹਾਰਾਜ ਧੰਨ ਵੀ ਤੁਹਾਡਾ, ਧੰਨ ਵੀ ਤੁਹਾਡਾ, ਤੇ ਜਿਹੜੀ ਸਾਨੂੰ ਡਿਗਰੀ ਮਿਲਣੀ ਹੈ ਵੀ ਤੁਹਾਡੀ ਸਾਰੀ ਉਮਰ ਸੇਵਾ 'ਚ ਲਾਵਾਂਗੇ। ਕਰ ਅਰਦਾਸ। ਉਹਨੇ ਬਚਨ ਮੰਨ ਕੇ ਕੀਤੀ ਅਰਦਾਸ। ਕਹਿੰਦਾ ਚੱਲ ਚੱਲੀਏ ਘਰ ਨੂੰ। ਜਦੋਂ ਘਰ ਗਏ ਨਾ ਜੀ, ਅਜੇ ਬੈਠੇ ਹੀ ਆ ਤੇ ਕੁੰਡਾ ਖੜਕਿਆ ਜੀ। ਜਦੋਂ ਬੂਹਾ ਖੋਲਿਆ, ਉਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਮੈਰੀ ਉਹਨਾਂ ਦੇ ਬੂਹੇ ਅੱਗੇ ਖੜਾ ਜੀ। ਉਹ ਪ੍ਰੋਫੈਸਰ ਕਹਿੰਦਾ ਸੰਤ ਜੀ ਤੁਸੀਂ ਬੰਦੇ ਬੜੇ ਵਧੀਆ ਜੇ, ਨੇਕ ਆਦਮੀ, ਮੈਂ ਤਾਂ ਤੁਹਾਡੇ ਵਰਗਾ ਬੰਦਾ ਹੀ ਨਹੀਂ ਵੇਖਿਆ ਕੋਈ। ਤੁਹਾਨੂੰ ਚਿੱਠੀ ਜਿਹੜੀ ਦਿੱਤੀ ਗਈ ਆ ਜਵਾਬ ਵਾਲੀ ਪੜ੍ਹ ਕੇ ਮੈਨੂੰ ਬੜਾ ਦੁੱਖ ਹੋਇਆ, ਤੇ ਮੈਂ ਹੁਣ ਤੁਹਾਡੇ ਘਰ ਆਇਆ। ਆ $60 ਮੇਰੇ ਕੋਲ ਲਓ, ਇਹ ਜਮ੍ਹਾਂ ਕਰਾਓ ਤੇ ਅਗਲੀ ਪੜ੍ਹਾਈ ਸ਼ੁਰੂ ਕਰੋ, ਤੇ ਮੈਂ ਵਾਪਸ ਨਹੀਂ ਲੈਣੇ ਕਹਿਣ ਲੱਗਾ। ਮੈਂ ਵਾਪਸ ਨਹੀਂ ਲੈਣੇ, ਕਿਸੇ ਲੋੜਵੰਦ ਨੂੰ ਦੇ ਦਿਓ ਕਹਿਣ ਲੱਗਾ। ਜੇ ਗਾਂ ਪੜ੍ਹਨਾ ਹੋਇਆ ਤੇ ਮੈਂ ਪੈਸੇ ਜਮ੍ਹਾਂ ਕਰਾ ਦੇਣ ਲੱਗਾ ਤੁਹਾਡੇ। ਜੇ ਅਗਲੇ ਸਾਲ ਵੀ ਗਾਂ ਪੜ੍ਹਨਾ ਹੋਇਆ, ਜੇ ਤੁਸੀਂ ਨਾ ਪੜ੍ਹੇ ਫਿਰ ਮੈਂ ਕਢਾ ਲਾਂਗਾ ਕਹਿਣ ਲੱਗਾ, ਵਾਪਸ ਲੈ ਲਾਂਗਾ। ਆ ਜਿਹੜੇ $60 ਦੇ ਕੇ ਅਗਲੀ ਪੜ੍ਹਾਈ ਸ਼ੁਰੂ ਕਰੋ। ਤੁਹਾਡੇ ਵਰਗੇ ਨੇਕ ਬੰਦੇ ਨੂੰ ਜਵਾਬ ਮਿਲ ਜਾਏ। ਜਦੋਂ ਆਪਣੇ ਆਪ ਨੂੰ ਪਛਾਣਿਆ, ਮਨ ਨਿਰਮਲ ਹੋਇਆ, ਬੰਦਾ ਬੂਹੇ ਅੱਗੇ ਆ ਕੇ ਖੜਾ ਹੋ ਗਿਆ ਜੀ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਪ ਪਛਾਣੈ ਮਨ ਨਿਰਮਲ ਹੋਏ, ਤੇ ਕਹਿੰਦੇ ਜੀਵਨ ਮੁਕਤ ਹਰ ਪਾਵੈ ਸੋਏ। ਉਹਦੇ ਬੰਧਨ ਕੱਟੇ ਜਾਣਗੇ, ਉਹ ਰੱਬ ਦੀ ਪ੍ਰਾਪਤੀ ਕਰੇਗਾ ਜੀ। ਹਰ ਗੁਣ ਗਾਵੇ ਮਤ ਉਤਮ ਹੋਵੇ, ਮਤ ਉਤਮ ਹੋਏ। ਜਿਹੜਾ ਪਰਮੇਸ਼ਰ ਦੇ ਗੁਣ ਗਾਏਗਾ ਉਹਦੀ ਮਤ ਬੜੀ ਸ੍ਰੇਸ਼ਟ ਹੋ ਜਾਏਗੀ ਜੀ। ਹੁਣ ਤੁਸੀਂ ਮੰਨਦੇ ਜੇ ਵੀ ਬਾਬਾ ਪਾਲ ਸਿੰਘ ਜੀ ਦੀ ਮਤ ਸਾਡੇ ਵਰਗੀ, ਮੰਨਦੇ ਜੇ ਇਸ ਗੱਲ ਨੂੰ? ਨਹੀਂ ਨਹੀਂ, ਇਹ ਗੱਲ ਨਹੀਂ ਹੈਗੀ। ਬੜੀ ਉੱਚੀ ਮਤ ਸੀ, ਤਾਂਹੀਓ ਤਾਂ ਤੁਸੀਂ ਘਰ ਦੇ ਕੰਮ ਛੱਡ ਕੇ ਆ ਕੇ ਉਹਨਾਂ ਕੋਲ ਬਹਿੰਦੇ ਸੀ ਜੀ। ਉਹਨਾਂ ਦੀ ਮਤ ਬੜੀ ਉੱਚੀ ਸੀ, ਉਹ ਗੱਲ ਕਰਦੇ ਸੀ ਬੜੀ ਚੰਗੀ ਲੱਗਦੀ ਸੀ। ਮੈਂ ਤਾਂ ਇੱਥੇ ਹੈਰਾਨ ਹੋਇਆ ਸੁਣ ਕੇ। ਇੱਕ ਦਿਨ ਇੱਕ ਬੰਦਾ ਇੱਥੇ ਦੱਸਣ ਲੱਗ ਪਿਆ, ਕਹਿੰਦਾ ਮੈਂ ਆਇਆ, ਕਹਿੰਦਾ ਬਾਪੂ ਜੀ ਨੇ ਮੈਨੂੰ ਆਹ ਗੱਲ ਆਖੀ ਜੀ। ਪਿੰਡ 'ਚ ਕੋਈ ਇੰਨੀ ਗੱਲ ਆਖੇ ਤੇ ਅਗਲਾ ਘਸੁੰਨ ਕੱਸ ਲੈਂਦਾ ਜੀ ਅੱਗੋਂ। ਉਹ ਬੜਾ ਖੁਸ਼, ਕਹਿੰਦਾ ਬਾਪੂ ਜੀ ਨੇ ਮੇਰੇ ਕੱਸ ਕੇ ਚਪੇੜ ਮਾਰੀ ਹੈ, ਮੈਨੂੰ ਆਹ ਆਖਿਆ। ਕਿਉਂ? ਅੰਦਰ ਉਹਦੇ ਪਰਉਪਕਾਰ ਸੀ। ਉਹ ਜਿਹੜੀ ਬੋਲੀ ਬੋਲੀ ਨਾ, ਅੰਦਰ ਪਰਉਪਕਾਰ ਸੀ ਉਹਦੇ, ਵੀ ਇਹ ਬੰਦਾ ਨਾਮ ਜਪੇ, ਭਜਨ ਕਰੇ, ਸਮਾਂ ਖਰਾਬ ਕਰਨ ਲਿਆ। ਮਾਰੇ ਕਹਿੰਦੇ ਹਰ ਗੁਣ ਗਾਵੇ ਮਤ ਉਤਮ ਹੋਵੇ, ਹੋਏ ਕੀ ਹੋਏਗਾ? ਫਿਰ ਸਹਿਜੇ ਸਹਿਜ ਸਮਾਵੇ ਸੋਏ। ਸਹਿਜੇ ਸਹਿਜੇ ਫਿਰ ਆਨੰਦ ਵਾਲੀ ਅਵਸਥਾ 'ਚ ਚਲਾ ਜਾਏਗਾ। ਤੇ ਅੱਗੇ ਗਰੀਬ ਨੂੰ ਅੱਜ ਪਾਤਸ਼ਾਹ ਫਰਮਾਉਂਦੇ ਨੇ, ਦੂਜੇ ਭਾਏ ਨਾ ਸੇਵਿਆ ਜਾਏ, ਦੂਜੇ ਭਾਏ ਨਾ ਸੇਵਿਆ ਜਾਏ। ਆ ਜਿਹੜੇ ਸੰਸਾਰ ਵਾਲੇ ਪਾਸੇ ਲੱਗੇ ਨਾ, ਮੋਹ ਮਮਤਾ 'ਚ ਫਸੇ ਆ, ਮਾਰੇ ਕਹਿੰਦੇ ਇਸ ਤਰ੍ਹਾਂ ਸਿਮਰ ਨਹੀਂ ਜੇ ਕੀਤਾ ਜਾਣਾ ਜੀ, ਇਸ ਤਰ੍ਹਾਂ ਸਿਮਰ ਨਹੀਂ ਕੀਤਾ ਜਾਣਾ। ਇੱਕ ਗਿਆਨੀ ਚਲਾ ਗਿਆ ਕਿਸੇ ਦੇ ਘਰ, ਤੇ ਮਾਈ ਬੁੱਢੜੀ ਕਹਿਣ ਲੱਗੀ, ਗਿਆਨੀ ਜੀ ਆ ਮੇਰੇ ਪੋਤਰੇ ਨੂੰ ਸਮਝਾਓ, ਇਹ ਕੇਸ ਰੱਖ ਲਵੇ, ਅੰਮ੍ਰਿਤ ਛਕ ਲਵੇ, ਗੁਰੂ ਵਾਲਾ ਬਣੇ। ਆਉਂਦਾ ਆ ਮੁੰਡਿਆ ਮੇਰੀ ਗੱਲ ਸੁਣ, ਬਹਿ ਮੇਰੇ ਲਾਗੇ। ਕਹਿੰਦਾ ਕਾਕਾ ਕੇਸ ਰੱਖ ਲਾ, ਅੰਮ੍ਰਿਤ ਛਕ, ਬਾਣੀ ਪੜਿਆ ਕਰ। ਕਹਿੰਦਾ ਜੀ ਕਿਹੜਾ ਅੰਮ੍ਰਿਤ? ਉਹ ਕਹਿੰਦਾ ਗੁਰੂ ਜੀ ਦਾ ਅੰਮ੍ਰਿਤ। ਉਹ ਕਹਿੰਦਾ ਜਿਹੜਾ ਮੇਰੀ ਦਾਦੀ ਨੇ ਛਕਿਆ ਇਹ ਨਹੀਂ ਜੇ ਮੈਂ ਛਕਣਾ। ਕਹਿੰਦਾ ਜਿਹੜਾ ਅੰਮ੍ਰਿਤ ਮੇਰੀ ਦਾਦੀ ਨੇ ਛਕਿਆ ਮੈਂ ਨਹੀਂ ਇਹ ਛਕਣਾ। ਕਹਿੰਦਾ ਉਹ ਕਹਿੰਦਾ ਕੀ ਗੱਲ? ਕਹਿੰਦਾ ਇਹ ਅੰਮ੍ਰਿਤ ਛਕਿਆ ਜੇ, ਤੇ ਦੁੱਧ ਜਦੋਂ ਚੋਣ ਲੱਗਦੀ ਤੇ ਮੈਨੂੰ ਕਹਿੰਦੀ ਬਾਲਟੀ 'ਚ ਪਾਣੀ ਪਾ ਕੇ ਲਿਆ, ਤੇ ਮੈਂ ਇਹਨੂੰ ਕਹਿੰਦਾ ਮਾਂ ਦਾਦੀ ਤੂੰ ਅੰਮ੍ਰਿਤ ਛਕਿਆ ਵਾ, ਜਦੋਂ ਆਪਾਂ ਪੈਸੇ ਪੂਰੇ ਲੈਨੇ ਤੇ ਪਾਣੀ ਪਾ ਕੇ ਦੁੱਧ ਕਿਉਂ ਵੇਚਣਾ? ਤੇ ਕਹਿੰਦਾ ਮੈਨੂੰ ਆਂਦੀ ਚਪੇੜ ਮਾਰੂ ਤੇਰੇ, ਤੈਨੂੰ ਆਖਿਆ ਪਾਣੀ ਲਿਆ। ਕਹਿੰਦਾ ਰੋਜ਼ ਮੇਰੇ ਕੋਲ ਪਾਣੀ ਪਵਾਉਂਦੀ, ਰੋਜ਼ ਮੇਰੇ ਕੋਲੋਂ, ਤੇ ਪਾਠ ਕਰਦੀ ਕਰਦੀ ਵਿੱਚੇ ਪਾਠ ਕਰੀ ਜਾਂਦੀ ਤੇ ਵਿੱਚੇ ਗਾਲਾਂ ਕੱਢੀ ਜਾਂਦੀ। ਕਹਿੰਦਾ ਇਹ ਤੁਸੀਂ ਵੇਖ ਲਓ ਚੱਲਦਾ ਘਰਾਂ 'ਚ ਕਿ ਨਹੀਂ ਇਹ ਕੰਮ ਜੀ? ਆਪਾਂ ਕਰਨੇ ਆ ਕਿ ਨਹੀਂ ਇਹ ਕੰਮ ਜੀ? ਆਪ ਪਛਾਣੇ, ਆਪਣੇ ਆਪ ਨੂੰ ਪਛਾਣੀ, ਅਸੀਂ ਕਿੱਥੇ ਕਿ ਖੜੇ ਹਾਂ ਜੀ। ਉਹ ਕਹਿੰਦਾ ਜੀ ਮੈਂ ਨਹੀਂ ਅੰਮ੍ਰਿਤ ਛਕਣਾ, ਜਿਹੜਾ ਮੇਰੀ ਦਾਦੀ ਨੇ ਛਕਿਆ ਮੈਂ ਨਹੀਂ ਛਕਣਾ। ਕਹਿੰਦਾ ਹੈ ਹਾਂਜੀ,
ਸਾਰੇ ਵੇਖਦੇ ਨੇ ਸਾਡੇ ਨਾਲ। ਮਾਰੇ ਕਹਿੰਦੇ ਦੂਜੇ ਭਾਏ ਨਾ ਸੇਵਿਆ ਜਾਏ। ਜਿੰਨਾ ਚਿਰ ਤੁਹਾਡਾ ਸੰਸਾਰ ਨਾਲ ਪ੍ਰੇਮ ਹੈ, ਮਾਇਆ ਨਾਲ ਪ੍ਰੇਮ ਹੈ, ਉਹਨਾਂ ਚਿਰ ਸਿਮਰਨ ਨਹੀਂ ਜਿਉਣਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਘੜੀ ਤੁਹਾਡੀ ਸਫਲੀ ਹੋ ਜਾਏਗੀ ਜਿਹੜੀ ਲਾਓਗੇ, ਪਰ ਅਵਸਥਾ ਕੋਈ ਨਹੀਂ ਬਣਨੀ। ਬਾਣੀ ਦੇ ਅਟੱਲ ਫੈਸਲੇ ਆ। ਬਾਬਾ ਪਾਲ ਸਿੰਘ ਜੀ ਕਿਉਂ ਛੱਡੀ ਬੈਠੇ ਸਾਰਾ ਕੁਝ ਜੀ? ਹਾਂਜੀ, ਉਹਨਾਂ ਨੂੰ ਨਹੀਂ ਪਤਾ ਕਿ ਜ਼ਮੀਨ ਆਪ ਵਾਈਏ ਤੇ ਡਬਲ ਫਾਇਦਾ ਹੁੰਦਾ। ਉਹਨਾਂ ਨੂੰ ਨਹੀਂ ਪਤਾ। ਮੂੰਹ ਹੀ ਲਾਉਣਾ ਸੀ ਉਹਨਾਂ ਨੇ, ਆਖਣਾ ਚੱਲ ਵੀ ਫਲਾਨਿਆਂ ਟਰੈਕਟਰ ਲਿਆ, ਪੈਲੀ ਵਾਹੁਣ ਵਾਲੀ ਹੈ, ਚੱਲ ਫਲਾਨਿਆਂ ਤੂੰ ਵਾਹਿਆ ਬੀਜਿਆ, ਪਰ ਧਿਆਨ ਤੇ ਜਾਣਾ ਸੀ ਨਾ, ਉਧਰ ਧਿਆਨ ਤੇ ਜਾਣਾ ਸੀ ਨਾ। ਜਿਹੜੀ ਆਪਾਂ ਗੱਲ ਕਰਦੇ ਆ ਤੇ ਵਿੱਚ ਹੀ ਉਦਾਸ ਹੋਣਾ, ਉਹ ਅਵਸਥਾ ਦੇ ਨਾਲ ਹੁੰਦਾ ਨਾ। ਜਿਹੜਾ ਪਹਿਲਾਂ ਹੀ ਫਸਿਆ ਉਹਨੇ ਵਿਚਾਰੇ ਨੇ ਕੀ ਕਰ ਲੈਣਾ ਜੀ? ਦੂਜੇ ਭਾਏ ਨਾ ਸੇਵਿਆ ਜਾਏ, ਹਉਮੈ ਮਾਇਆ ਮਹਾ ਬਿਖ ਖਾਏ। ਹਉਮੈ ਦਾ ਤੇ ਮਾਇਆ ਦਾ ਜ਼ਹਿਰ ਬੰਦੇ ਦੇ ਜੀਵਨ ਨੂੰ ਖਤਮ ਕਰ ਦਿੰਦਾ ਜੀ। ਅੰਦਰਲਾ ਜੀਵਨ ਖਤਮ ਹੋ ਜਾਂਦਾ ਜੀ, ਜ਼ਮੀਰ ਮਰ ਜਾਂਦੀ ਜੀ। ਬੜਾ ਵੱਡਾ ਜ਼ਹਿਰ ਆ। ਜਦੋਂ ਹਉਮੈ ਤੇ ਮਾਇਆ ਦੋਵੇਂ ਰਲ ਜਾਂਦੇ ਆ ਨਾ ਜੀ, ਇਹ ਬੜਾ ਖਤਰਨਾਕ ਜ਼ਹਿਰ ਆ। ਤੇ ਜਿਹਦੇ ਕੋਲ ਮਾਇਆ ਆ ਗਈ, ਹਉਮੈ ਤੋਂ ਬਚੂ ਕਿਸ ਤਰ੍ਹਾਂ ਜੀ? ਉਹਦੀ ਤੇ ਚਾਲ ਹੀ ਵੱਖਰੀ ਹੈ ਜੀ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਆਕੜ ਜਾਂਦਾ ਜੀ ਬੰਦਾ। ਹਉਮੈ ਮਾਇਆ ਮਹਾ ਬਿਖ ਖਾਏ। ਤੁਸੀਂ ਵੇਖੋ ਸੰਤ ਭਗਤ ਜਿੰਨੇ ਹੋਏ ਗਰੀਬ ਹੋਏ ਆ ਜੀ, ਗਰੀਬ ਹੋਏ ਆ। ਕੋਈ ਇੱਕ ਦੋ ਹੋਣਗੇ ਜਿਹੜੇ ਤਗੜੇ ਘਰਾਂ ਦੇ ਹੋਣਗੇ, ਬਾਕੀਆਂ ਦੇ ਰੋਟੀ ਵੀ ਨਹੀਂ ਪੱਕਣ ਦੀ, ਤੇ ਹਉਮੈ ਕਾਹਦੀ ਕਰਨੀ ਜੀ? ਘਰੋਂ ਦੇ ਰੋਜ਼ ਗਾਲਾਂ ਮਿਲਦੀਆਂ ਤੇ ਹਉਮੈ ਕਾਹਦੀ ਕਰਨੀ ਹੈ ਜੀ? ਹਾਂਜੀ, ਮਾਂ ਨੇ ਮਾਂ ਬੜੀ ਵੱਡੀ ਚੀਜ਼ ਹੈਗੀ ਆ। ਪਰ ਭਗਤ ਕਬੀਰ ਜੀ ਕਹਿੰਦੇ ਮੇਰੀ ਤੇ ਮਾਂ ਨੇ ਵੀ ਮੈਨੂੰ ਰੱਜ ਰੱਜ ਗਾਲਾਂ ਕੱਢੀਆਂ ਜੀ। ਉਹ ਕਹਿੰਦੇ ਮੇਰੀ ਮਾਂ ਵੀ ਕਹਿੰਦੀ ਸੀ, ਹਮਰੀ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਾਇਓ। ਕਹਿੰਦੇ ਮੇਰੀ ਮਾਂ ਨੇ ਵੀ ਰੱਜ ਰੱਜ ਗਾਲਾਂ ਕੱਢੀਆਂ ਨੇ, ਪਰ ਉਹਨਾਂ ਨੇ ਗਰੀਬੀ ਰੱਖੀ। ਕਿਉਂ? ਉਹਦੇ ਵਿੱਚ ਹੰਕਾਰ ਨਹੀਂ ਉਪਜਦਾ, ਹੰਕਾਰ ਨਹੀਂ ਉਪਜਦਾ। ਤੇ ਸਾਡਾ ਤੇ ਜ਼ੋਰ ਹੀ ਇਸ ਕੰਮ ਤੇ ਲੱਗਣ ਡਿਆ ਕਿ ਇੰਨੇ ਘੰਟੇ ਪਾਠ ਕਰਾਂਗੇ ਸੱਚੇ ਪਾਤਸ਼ਾਹ ਮਾਇਆ ਦੇ ਖੁੱਲੇ ਗੱਫੇ ਦੇ। ਹਾਂਜੀ, ਆ ਮੈਨੂੰ ਵੀ ਮਿਲਦੇ ਜੀ, ਬਾਬਾ ਜੀ ਅਰਦਾਸ ਕਰੋ ਮੁੰਡਾ ਬਾਹਰ ਚਲਾ ਜਾਏ ਤੇ ਪੱਕਾ ਹੋ ਜਾਏ। ਤੈਨੂੰ ਕੀ ਮਿਲੂਗਾ ਦੱਸ? ਤੈਨੂੰ ਕੀ ਫਾਇਦਾ ਹੋਊਗਾ? ਤੜਾ ਤੜ ਦੁਨੀਆ। ਮਾਰੇ ਕਹਿੰਦੇ ਦੂਜੇ ਭਾਏ ਨਾ ਸੇਵਿਆ ਜਾਏ, ਹਉਮੈ ਮਾਇਆ ਮਹਾ ਬਿਖ ਖਾਏ। ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ। ਪੁੱਛਿਆ ਮਾਰੇ ਨੂੰ, ਤੁਸੀਂ ਮਾਇਆ ਕਿਹਨੂੰ ਕਹਿੰਦੇ ਜੇ? ਕਿਹਨੂੰ ਮਾਇਆ ਆਂਦੇ ਜੇ? ਮਾਰੇ ਕਹਿੰਦੇ ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ। ਜਿਹੜਾ ਇਹਨਾਂ ਦੇ ਮੋਹ ਵਿੱਚ ਫਸਿਆ ਪਿਆ, ਇਹ ਮਾਇਆ ਜੇ। ਮਾਰੇ ਕਹਿੰਦੇ ਪੁੱਤ ਦੇ ਮੋਹ ਵਿੱਚ ਫਸਿਆ, ਪਰਿਵਾਰ ਰਿਸ਼ਤੇਦਾਰਾਂ ਦੇ ਮੋਹ ਜੰਜਾਲ ਵਿੱਚ ਫਸਿਆ ਏ, ਘਰ ਦੇ ਮੋਹ ਵਿੱਚ ਫਸਿਆ ਏ। ਤੇ ਫਿਰ ਉਹਦਾ ਰਿਜ਼ਲਟ ਕੀ ਨਿਕਲਿਆ ਜੀ? ਮਨਮੁਖ ਅੰਧਾ ਆਵੇ ਜਾਏ। ਜੰਮਦਾ ਰਹਿੰਦਾ ਤੇ ਮਰਦਾ ਰਹਿੰਦਾ ਜੀ। ਸੱਚੇ ਪਾਤਸ਼ਾਹ ਮਾਰੇ ਗਰੀਬ ਨੂੰ ਸਬੱਤ ਦਿੰਦੇ। ਆਖੋ ਗੱਜ ਕੇ ਸਾਰੇ ਸ੍ਰੀ ਵਾਹਿਗੁਰੂ ਜੀ। ਹਰ ਹਰ ਨਾਮ ਦੇਵੈ ਜਨ ਸੋਏ, ਅਨ ਦਿਨ ਭਗਤ ਗੁਰ ਸ਼ਬਦ ਨਹੀਂ ਹੋਏ। ਗੁਰੂ ਮਹਾਰਾਜ ਉਸ ਸੇਵਕ ਨੂੰ ਨਾਮ ਦੀ ਦਾਤ ਦਿੰਦੇ ਆ ਜਿਹਦੇ ਅੰਦਰ ਸੇਵਕਾਂ ਵਾਲੇ ਗੁਣ ਆ ਜਾਂਦੇ ਨੇ ਜੀ। ਗੁਣ ਆ ਜਾਂਦੇ ਜਿਨ੍ਹਾਂ ਦੇ, ਜਿਹੜਾ ਦਾਸਾ ਭਾਵ ਵਿੱਚ ਆ ਜਾਂਦਾ। ਦਿਨ ਰਾਤ ਅੱਠੇ ਪੈਰ ਆਗਿਆਕਾਰ ਸਾਵਧਾਨ ਹੋ ਕੇ ਸਤ ਬਚਨੀ ਬਣ ਕੇ ਨਿਮਰਤਾ ਦੇ ਨਾਲ ਹਾਜ਼ਰ ਖੜਾ ਏ। ਹਰ ਹਰ ਨਾਮ ਦੇਵੈ ਜਨ ਸੋਏ। ਉਸ ਜਨ ਸੇਵਕ ਨੂੰ ਗੁਰੂ ਜੀ ਫਿਰ ਨਾਮ ਦੀ ਦਾਤ ਦੇ ਦਿੰਦੇ ਨੇ। ਤੇ ਫਿਰ ਜਿਹਨੂੰ ਦੇ ਦਿੰਦੇ ਉੱਥੇ ਫਿਰ ਕੀ ਹੁੰਦਾ ਜੀ? ਅਨ ਦਿਨ ਭਗਤ ਅੱਠੇ ਪੈਰ, ਦਿਨ ਰਾਤ ਉੱਥੇ ਫਿਰ ਭਗਤੀ ਹੁੰਦੀ ਆ ਜੀ। ਤੇ ਕਿਸ ਤਰ੍ਹਾਂ? ਗੁਰ ਸ਼ਬਦ ਨਹੀਂ ਹੋਏ। ਗੁਰੂ ਦਾ ਉਪਦੇਸ਼ ਉਹਦੇ ਅੰਦਰ ਵਸਿਆ ਤੇ ਗੁਰੂ ਦੇ ਉਪਦੇਸ਼ ਨਾਲ ਕਿਰਪਾ ਨਾਲ ਫਿਰ ਭਗਤੀ ਹੋ ਰਹੀ ਜੀ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਮਤ ਵਿਰਲਾ ਬੂਝੇ ਕੋਈ। ਇਹ ਗੁਰੂ ਦੀ ਮੱਤ ਨੂੰ ਕੋਈ ਵਿਰਲਾ ਵਿਰਲਾ ਸਮਝਦਾ, ਵਿਰਲਾ ਵਿਰਲਾ। ਤੇ ਫਿਰ ਮਹਾਰਾਜ ਕਹਿੰਦੇ ਨਾਨਕ ਨਾਮ ਸਮਾਵੇ ਸੋਏ। ਉਹ ਫਿਰ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸਮਾ ਜਾਂਦਾ। ਤੇ ਜਿਸ ਪਰਮੇਸ਼ਰ ਦਾ ਨਾਮ ਉਹਦੇ ਵਿੱਚ ਹੀ ਸਮਾ ਜਾਂਦਾ, ਜਿਉਂਦਾ ਨਾਮ 'ਚ ਸਮਾਇਆ ਰਹਿੰਦਾ। ਤੇ ਮੁੜ ਕੇ ਉਸ ਵਾਹਿਗੁਰੂ ਦੇ ਵਿੱਚ ਫਿਰ ਕੀ ਹੁੰਦਾ ਜੀ? ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਫਿਰ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਮੱਤ ਦਿੰਦੇ ਨੇ ਜੀ।
ਗੁਰ ਸੇਵਾ ਤੇ ਮਨ ਪਤਿਆਏ, ਗੁਰ ਸੇਵਾ ਤੇ ਮਨ ਪਤਿਆਏ, ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ, ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਸੇ ਧਨਵੰਤ ਹਰ ਨਾਮ ਕਮਾਏ, ਸੇ ਧਨਵੰਤ ਹਰ ਨਾਮ ਕਮਾਏ, ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ, ਪੂਰੇ ਗੁਰ ਤੇ ਸੋਝੀ ਪਾਏ, ਗੁਰ ਸੇਵਾ ਤੇ ਮਨ ਪਤਿਆਏ, ਗੁਰ ਸੇਵਾ ਤੇ ਮਨ ਪਤਿਆਏ, ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ, ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਹਰ ਹਰ ਨਾਮ ਜਪੋ ਮੇਰੇ ਭਾਈ, ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਕਾਲ ਥਾਏ ਪਾਈ, ਗੁਰਮੁਖ ਸੇਵਾ ਹਰ ਹਾਲ ਥਾਏ ਪਾਈ, ਗੁਰ ਸੇਵਾ ਤੇ ਮਨ ਪਤਿਆਏ, ਗੁਰ ਸੇਵਾ ਤੇ ਮਨ ਪਤਿਆਏ, ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ, ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਗੁਰ ਸੇਵਾ ਤੇ ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿ ਨਹੀਂ ਗੁਣੇ, ਜਾਓ ਜਾ ਕੇ ਪੁੱਛੋ। ਫਿਰ ਸਹਿਜੇ ਸਹਿਜੇ ਬਖਸ਼ਿਸ਼ ਹੁੰਦੀ ਹੈ, ਮਿਹਰ ਹੁੰਦੀ ਹੈ। ਮਹਾਂਪੁਰਖ ਬੰਦੇ ਤੇ ਇਤਬਾਰ ਕਰਨ ਲੱਗ ਪੈਂਦੇ ਨੇ ਵੀ ਹਾਂ ਇਹ ਬੰਦਾ ਇਸ ਮਾਰਗ ਤੇ ਚੱਲੇਗਾ। ਫਿਰ ਕਿਰਪਾ ਹੁੰਦੀ ਹੁੰਦੀ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਫਰਮਾ ਰਹੇ ਨੇ ਜੈਤ ਸ੍ਰੀ ਮਹੱਲਾ ਪੰਜਵਾਂ, ਕੋਈ ਜਨ ਹਰਿ ਸਿਉ
ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਚਰਨ ਗਾਹੋ ਭਗੋ ਸ਼ੁਭ ਰਸਨਾ 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 ਦੀਜੈ ਪ੍ਰਾਨ ਅਗੋਰ ਦੀਜੈ ਪ੍ਰਾਨ ਅਗੋਰ ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਮਨ ਤਨ ਨਿਰਮਲ ਕਰਤ ਗਿਆਰੋ ਮਨ ਤਨ ਨਿਰਮਲ ਕਰਤ ਕਿਆਰੋ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੱਧੇ ਸੁਦਾ ਸੰਜੋਰ ਸਿੰਜੈ ਸੁਦਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਯਾ ਰਸ ਯਾ ਰਸ ਮਗਨ ਹੋਤ ਕਿਰਪਾ ਤੇ ਯਾ ਰਸ ਮਗਨ ਹੋਤ ਕਿਰਪਾ ਤੇ ਮਗਨ ਹੋਤ ਕਿਰਪਾ ਤੇ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੋਰ
ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਕੋਈ ਜਾਣੇ 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 ਹਰ ਸਿਉ ਦੇਵੈ ਜੋਰ ਆਇਓ ਸਰਨ ਦੀਨ ਦੁਖ ਭੰਜਨ ਆਇਓ ਸਰਨ ਦੀਨ ਦੁਖ ਭੰਜਨ ਆਇਓ ਸ਼ਰਨ ਦੀਨ ਦੁਖ ਭੰਜਨ ਆਇਓ ਸ਼ਰਨ ਦੀਨ ਦੁਖ ਭੰਜਨ ਸਰਣ ਦੀਨ ਦੁਖ ਭੰਜਨ ਦੁਖ ਭੰਜਨ ਦੁਖ ਭੰਜਨ ਆਇਓ ਸਰਨ ਦੀਨ ਦੁਖ ਭੰਜਨ ਆਇਓ ਸਰਨ ਦੀਨ ਦੁਖ ਭੰਜਨ ਕਿਤਵਾ ਤੁਮਰੀ ਓਰ ਕਿਤਵਾ ਤੁਮਰੀ ਓਰ ਚਿਤਵੋ ਤੁਮਰੀ ਓਰ ਕਿਤਵਾ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਬਮ ਨਿਸਾ ਨਿਸਾ ਨੀ ਬਮ ਬਰੇ ਮਬਨੀ ਰੇ ਮਬਨੀ ਸਰੇ ਨਿਸਾ ਰੇ ਮਾ ਪਾ ਰੇ ਮਾਰੇ ਨਿਸਾ ਨੀ ਪਮ ਬਨੀ ਸਾ ਸਰੇ ਮ ਪਾ ਪਰਮ ਬਾ ਰੇ ਮਾਰੇ ਰੇ ਮ ਪਾ ਨੀ ਰੇ ਨੀ ਸਾ ਅਪੈ ਪਦ ਦਾਨ ਅਪੈ ਪਦ ਦਾਨ ਸਿਮਰਨ ਸੁਆਮੀ ਕੋ 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 ਰੱਬ ਨਾਨਕ ਬੰਧਨ ਛੋਰ
ਪ੍ਰਭ ਨਾਨਕ ਬੰਧਨ ਛੋਰ ਅਭੈ ਪਦ ਦਾਨ ਸਿਮਰਨ ਸੁਆਮੀ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਪ੍ਰਭ ਨਾਨਕ ਬੰਧਨ ਛੋਰ ਪ੍ਰਭ ਨਾਨਕ ਬੰਧਨ ਛੋਰ ਕੋਈ ਜਨ ਹਰਿ ਦੇਵੈ ਜੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਕੋਈ ਜਨ ਹਰਿ ਦੇਵੈ ਜੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਹਰਿ ਸਿਉ ਦੇਵੈ ਹਰਿ ਸਿਉ ਦੇਵੈ ਕੋਈ ਜਨ ਹਰਿ ਸਿਉ ਦੇਵੈ ਜੋਰ 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 ਕੋਈ ਜਨ ਹਰਿ ਸਿਉ ਦੇਵੈ ਜਿਹੜੇ ਜੁੜੇ ਰਹਿੰਦੇ ਹਨ ਜੀ ਹਰੇ ਭਰੇ ਰਹਿੰਦੇ ਨੇ ਵੱਧਦੇ ਫੁੱਲਦੇ ਰਹਿੰਦੇ ਨੇ ਤੇ ਦੂਜਿਆਂ ਵਾਸਤੇ ਬੜੇ ਹੀ ਸੁਖਦਾਈ ਹੁੰਦੇ ਨੇ, ਬਹੁਤ ਸੁਖਦਾਈ ਹੁੰਦੇ ਨੇ ਜੀ ਤੇ ਜਿਹੜੇ ਟੁੱਟ ਜਾਂਦੇ ਨੇ ਉਹ ਸੁੱਕ ਜਾਂਦੇ ਨੇ ਤੇ ਖੇ ਸੁਆਹ ਹੋ ਜਾਂਦੇ ਨੇ ਜੀ। ਇਸ ਲਈ ਗੁਰੂ ਜੀ ਕਹਿੰਦੇ ਹਰ ਕਾ ਨਾਮ ਧਿਆਏ ਕੈ ਉਹ ਹਰਿਆ ਭਾਈ ਕਿਉਂ ਹਰੇ ਦਾ ਵਿਕਾਸ ਹੁੰਦਾ ਨਾ ਜੀ, ਹਰਿਆ ਵੱਧਦਾ ਹੈ, ਉਹਨੂੰ ਫੁੱਲ ਵੀ ਲੱਗਦੇ, ਉਹਨੂੰ ਫਲ ਵੀ ਲੱਗਦੇ, ਮੁੜ ਕੇ ਉਹਦੇ ਤੋਂ ਗਾਂ ਕਈ ਦਰਖਤ ਬਣ ਜਾਂਦੇ ਨੇ ਜੀ, ਕਈ ਬਣ ਜਾਂਦੇ। ਬਾਹਰ ਦੀਆਂ ਉਦਾਹਰਨਾਂ ਬੜੀ ਸੋਹਣੀ ਸਿੱਖਿਆ ਹੈ ਜੀ। ਤੇ ਮਾਰੇ ਕਹਿੰਦੇ ਜਿਹੜੇ ਜੁੜੇ ਰਹਿੰਦੇ ਨਾਨਕ ਹਰੇ ਨਾ ਸੁਖੇ, ਜੇ ਗੁਰਮੁਖ ਰਹੇ ਸਮਾਏ। ਜਿਨ੍ਹਾਂ ਨੇ ਮੁਖ ਕਰ ਲਿਆ ਗੁਰੂ ਵੱਲ ਤੇ ਗੁਰੂ ਦੀ ਸਿੱਖਿਆ ਨੂੰ ਵਸਾ ਲਿਆ ਹਿਰਦੇ ਵਿੱਚ, ਤਾਂ ਲੀਨ ਹੋ ਗਏ ਗੁਰੂ ਜੀ ਦੀ ਸਿੱਖਿਆ ਵਿੱਚ, ਉਹ ਕਦੇ ਨਹੀਂ ਸੁੱਕਦੇ। ਹਾਂਜੀ ਵੇਖ ਲਓ ਮਹਾਂਪੁਰਖ ਭਾਵੇਂ ਸਮੇਂ ਨਾਲ ਸਰੀਰ ਤਿਆਗ ਗਏ ਨੇ ਪਰ ਸੁੱਕੇ ਨਹੀਂ, ਸੁੱਕੇ ਨਹੀਂ। ਅੱਜ ਵੀ ਉਹਨਾਂ ਦਾ ਜੀਵਨ ਖੁਸ਼ਬੂਆਂ ਦੇ ਰਿਹਾ। ਜਿਨ੍ਹਾਂ ਜਿਨ੍ਹਾਂ ਨੇ ਵੀ ਜਪਿਆ, ਜਿਨ੍ਹਾਂ ਜਿਨ੍ਹਾਂ ਨੇ ਵੀ ਜਪਿਆ ਸਦੀਆਂ ਤੋਂ ਲੈ ਕੇ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਗਰੀਬ ਨਵਾਜ ਵੇਖੋ ਜਾ ਕੇ ਸਾਧ ਸੰਗਤ ਵਿੱਚ ਜਿਉਂਦੇ ਨੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਜਿਨੀ ਦਰਸ਼ਨ ਪਾਇਆ। ਇਸ ਵਾਸਤੇ ਗੁਰਮੁਖੋ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਵੀ ਸਾਰੇ ਡਰ ਖਤਮ ਕਰਨ ਵਾਲਾ ਪਰਮੇਸ਼ਰ ਦਾ ਸਿਮਰਨ ਹੈ। ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਪਰ ਇਹਦੇ ਵਿੱਚ ਆਰੰਭ 'ਚ ਗੁਰੂ ਜੀ ਨੇ ਕਹਿ ਦਿੱਤਾ ਕੋਈ ਜਨ ਹਰਿ ਸਿਉ ਦੇਵੈ ਜੋਰ। ਵਾਹਿਗੁਰੂ ਜੀ ਕਿਰਪਾ ਕਰਨ, ਅਰਦਾਸ ਕਰਿਆ ਕਰੋ, ਅਰਦਾਸ ਕਰਿਆ ਕਰੋ। ਸਿਆਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾਵੇ। ਦੂਜੀ ਪਾਰਟੀ ਤੇ ਤੁਸੀਂ ਚਾਹੋ ਨਾ ਵੀ ਉਹਨੂੰ ਤਾਂ ਵੀ ਆ ਜਾਣਾ ਜੀ। ਦੂਜੀ ਪਾਰਟੀ ਨੇ ਤੁਸੀਂ ਨਾ ਵੀ ਚਾਹੋ ਉਹਨਾਂ ਤਾਂ ਵੀ ਆ ਜਾਣਾ ਜੀ। ਪਰ ਇਹਨਾਂ ਵਾਸਤੇ ਤੁਹਾਨੂੰ ਅਰਦਾਸ ਕਰਨੀ ਪੈਣੀ ਹੈ ਜੀ, ਬੇਨਤੀ ਕਰਨੀ ਪੈਣੀ ਹੈ। ਹੇ ਸੱਚੇ ਪਾਤਸ਼ਾਹ ਮਿਹਰ ਕਰੋ, ਕਿਰਪਾ ਕਰੋ, ਬਖਸ਼ਿਸ਼ ਕਰੋ। ਫਿਰ ਜਿੱਥੇ ਫਿਰ ਇਹਨਾਂ ਦੀ ਮਿਹਰ ਦੀ ਨਿਗਾਹ ਪੈ ਗਈ ਸਮਝੋ ਬੇੜੇ ਪਾਰ ਨੇ ਜੀ। ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਾਹੋ। ਮਾਰੇ ਕਹਿੰਦੇ ਉਹਦੇ ਫਿਰ ਪੈਰ ਘੁੱਟਿਓ, ਫੜ ਲਿਓ ਪੈਰ ਪ੍ਰੇਮ ਦੇ ਨਾਲ। ਬਗੋ ਸ਼ੁਭ ਰਸਨਾ, ਸੋਹਣੇ ਸੋਹਣੇ ਬੋਲ ਰਸਨਾ ਤੋਂ ਬੋਲਣੇ। ਦੀਜੈ ਪ੍ਰਾਨ ਔਰ ਜਿੰਨਾ ਕੁਝ ਖੱਟਣਾ ਉਹਨਾਂ ਵਾਸਤੇ ਤੇ ਇਹ ਜੇ ਰਸਤਾ
ਤੇ ਜਿਨ੍ਹਾਂ ਨਹੀਂ ਖੱਟਣਾ ਦੂਜੀ ਪਾਰਟੀ, ਹਾਂਜੀ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਮੈਂ ਜ਼ਿਆਦਾ ਸਮਾਂ ਨਾ ਲੈ ਜਾਵਾਂ। ਮਹਾਂਪੁਰਖਾਂ ਨੇ ਪਰਮੇਸ਼ਰ ਦਾ ਭਜਨ ਕੀਤਾ, ਨਾਮ ਜਪਿਆ, ਆਪ ਜਪਿਆ, ਆਪਣੇ ਪਰਿਵਾਰ ਕੋਲੋਂ ਜਪਾਇਆ। ਸਤਿਕਾਰਯੋਗ ਮਾਤਾ ਜੀ ਨੇ ਮੈਂ ਜੋ ਕੁਝ ਵੇਖਿਆ ਉਹ ਸਚਾਈ ਤੁਹਾਨੂੰ ਕਹਿੰਦਾ, ਸਚਾਈ ਮਾਤਾ ਜੀ ਦਾ ਸੰਤਾਂ ਨਾਲੋਂ ਵੀ ਜ਼ਿਆਦਾ ਸਿਮਰਨ ਸੀਗਾ ਜੀ। ਇਹ ਸਚਾਈ ਹੈ, ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਜੀ। ਕਿਉਂ? ਮਾਤਾ ਜੀ ਨੇ 2 ਡਿਊਟੀਆਂ ਨਿਭਾਈਆਂ, 2 ਦੀਆਂ ਵੀ 3 ਨਿਭਾਈਆਂ, ਬੜੀ ਜ਼ਿੰਮੇਵਾਰੀ ਨਾਲ। ਘਰ ਦੀ ਪੂਰੀ ਜ਼ਿੰਮੇਵਾਰੀ ਨਿਭਾਈ ਜੀ ਉਹਨਾਂ ਨੇ। ਸੰਤਾਂ ਨੂੰ ਘਰ ਦਾ ਕੋਈ ਫਿਕਰ ਨਹੀਂ ਜੀ ਹੈਗਾ ਜੀ, ਜਿੱਥੇ ਮਰਜ਼ੀ ਬਹਿਣ ਤੇ ਜਿੱਥੇ ਮਰਜ਼ੀ ਜਾਣ। ਤੇ ਕਮਾਲ ਦੀ ਗੱਲ ਆ ਤੇ ਵਿਹਲਿਆਂ ਨੂੰ ਕੋਈ ਰੋਟੀ ਨਹੀਂ ਖਵਾਉਂਦਾ, ਪਰ ਉਹ ਜਿੱਥੇ ਵੀ ਬੈਠੇ ਸੀ ਮਾਤਾ ਜੀ ਪੂਰੀ ਜ਼ਿੰਮੇਵਾਰ ਆਪਣੀਆਂ ਧੀਆਂ ਦੀ ਡਿਊਟੀ ਲਾਉਂਦੇ ਵੀ ਜਾਓ, ਤੁਹਾਡਾ ਬਾਪੂ ਨਾਮ ਜਪਦਾ, ਪ੍ਰਸ਼ਾਦਾ ਛਕਾ ਕੇ ਆਓ। ਤੇ ਫਿਰ ਇਹਨਾਂ ਵੀ ਲੱਭਦੇ ਫਿਰਨਾ ਜੀ। ਬਾਪੂ ਜੀ ਮੌਜ ਦੇ ਮਾਲਕ, ਪਤਾ ਨਹੀਂ ਹੁਣ ਇੱਥੇ ਤੇ ਘੜੀ ਨੂੰ ਕਿੱਥੇ ਜੀ, ਹਾਂਜੀ, ਲੱਭਦੇ ਫਿਰਨਾ ਜੀ। ਬੜੀ ਵੱਡੀ ਇੱਕ ਸਿੱਖਿਆ ਵਾਲੀ ਮਿਸਾਲ ਹੈ, ਹਾਂਜੀ। ਮਾਤਾ ਜੀ ਨੇ ਬੜੀ ਜ਼ਿੰਮੇਵਾਰੀ ਨਿਭਾਈ, ਬੜੀ ਡਿਊਟੀ ਨਿਭਾਈ ਉਹਨਾਂ ਨੇ। ਜਿੱਥੇ ਉਹਨਾਂ ਨੇ ਘਰ ਦੀ ਜ਼ਿੰਮੇਵਾਰੀ ਨਿਭਾਈ, ਜਿੱਥੇ ਨਾਮ ਜਪਿਆ, ਉੱਥੇ ਆਪਣੇ ਧੀਆਂ ਦੀ ਵੀ ਉਹਨਾਂ ਨੇ ਦਿਲੋਂ ਲੈ ਕੇ ਸੇਵਾ ਕੀਤੀ ਜੀ। ਬਹੁਤ ਪਿਆਰ ਕੀਤਾ ਤੇ ਸ਼ੁਭ ਮਾਰਗ ਤੇ ਚੱਲਣ ਵਾਸਤੇ ਸਾਥ ਦਿੱਤਾ। ਅੰਮ੍ਰਿਤਸਰ ਇੱਕ ਲੜਕੀ ਸੀ, ਉਹ ਨਿੱਕੀ ਜੀ ਹੁੰਦੀ, ਹਰਿਮੰਦਰ ਸਾਹਿਬ ਆਉਂਦੀ ਹੁੰਦੀ, ਨਿੱਕੀ ਜੀ ਹੁੰਦੀ ਤੇ ਜਵਾਨ ਹੋ ਗਈ ਜੀ। ਸਾਰੀ ਰਾਤ ਦਰਬਾਰ ਸਾਹਿਬ ਉਹਨੇ ਸੇਵਾ ਕਰਨੀ, ਸਾਰੀ ਰਾਤ। ਜਦੋਂ ਮਸਕੀਨ ਜੀ ਕਥਾ ਕਰਦੇ ਹੁੰਦੇ ਸੀ, ਉਹਦਾ ਫੋਟੋ ਹਰ ਰੋਜ਼ ਆਉਂਦਾ ਹੁੰਦਾ ਸੀ। ਤੇ ਉਹਦੀ ਅਵਸਥਾ ਬਣ ਗਈ ਸੀ ਉਸ ਲੜਕੀ ਦੀ ਜੀ। ਮੈਨੂੰ ਉਹਨਾਂ ਦਾ ਪਰਿਵਾਰ ਮਿਲਦਾ ਸੀ। ਉਹਦੇ ਪਿਓ ਨੇ ਮੇਰੇ ਤਰਲੇ ਲੈ ਆ ਕੇ ਮੈਨੂੰ ਕਹਿਣ ਲੱਗਾ, 45 ਸਾਲ ਹੋ ਗਏ ਉਹਨੂੰ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਰੋਜ਼ ਰਾਤ ਰਹਿੰਦਾ ਸੀ ਸਾਰੀ ਜੀ। ਮੈਨੂੰ ਆਂਦਾ ਮੇਰੀ ਘਰ ਵਾਲੀ ਨੂੰ ਸਮਝਾਓ, ਲੜਕੀ ਹੁਣ ਬੜੀ ਟਿਕਾਣੇ ਪਹੁੰਚਣ ਵਾਲੀ, ਜਿਹਦੀ ਅਵਸਥਾ ਬਣ ਗਈ ਆ, ਤੇ ਮੈਨੂੰ ਮਜਬੂਰ ਕਰਦੀ ਵਿਆਹਣ ਵਾਸਤੇ। ਮੈਂ ਵਿਆਹ ਕਰਕੇ ਖੁਸ਼ ਨਹੀਂ, ਰੁਲ ਜਾਣਾ ਉਹਨੇ। ਪਰ ਉਹਦੀ ਮਾਂ ਪੱਗ ਵਾਲੀ ਸੀ ਜੀ, ਕਾਤਰੇ ਕਿਰਪਾਨ, ਟਲੀ ਨਹੀਂ ਉਹਦੀ ਮਾਂ ਜੀ। ਵਿਆਹ ਕਰ ਦਿੱਤਾ, ਕੁੜੀ ਰੁਲ ਗਈ ਜੀ, ਉਹ ਵਿਚਾਰੀ ਰੁਲ ਗਈ ਵਿਚਾਰੀ। ਇੱਧਰ ਵਿਆਹ ਵੀ ਬੜੀ ਦੂਰ ਅੰਬਾਲੇ ਤੋਂ ਅੱਗੇ ਕੀਤਾ। ਇਹ ਗੱਲ ਮੈਂ ਤਾਂ ਤੁਹਾਨੂੰ ਸੁਣਾਈ, ਕਈ ਇਹ ਬੀਬੀਆਂ ਐਡੀਆਂ ਜਿੱਦੀ ਉਹ ਮੰਨਦੀਆਂ ਹੀ ਨਹੀਂ ਜੀ। ਪਰ ਮਾਤਾ ਜੀ ਨੇ 7 ਵਚਨ ਕੀਤਾ ਜੀ, 7 ਵਚਨ। ਜੋ ਸੰਤਾਂ ਦਾ ਹੁਕਮ ਹੈ, 7 ਵਚਨ ਕੀਤਾ ਜੀ ਉਹਨਾਂ ਨੇ। ਪੂਰਾ ਸਹਿਯੋਗ ਦਿੱਤਾ ਉਹਦੇ ਵਿੱਚ। ਉਸ ਮਾਤਾ ਦਾ ਵਧੀਆ ਤੇ ਭਲਾ ਤੇ ਗੁਰਮੁਖ ਜਿਹੜਾ ਅੱਜ ਸਤਿਕਾਰਯੋਗ ਸਾਡੀਆਂ ਭੈਣਾਂ, ਭੈਣ ਜੀ ਸਤਨਾਮ ਕੌਰ ਜੀ, ਭੈਣ ਜੀ ਰਾਮ ਭਜੋ ਜੀ, ਤੇ ਮਾਤਾ ਜੀ ਦੀ ਦੋਹਤਰੀ ਗੁਰਪ੍ਰੀਤ ਕੌਰ ਗੋਗੀ ਜੀ ਭਜਨ ਕਰ ਰਹੇ ਨੇ, ਨਾਮ ਜਪ ਰਹੇ ਨੇ, ਸਿਮਰਨ ਕਰ ਰਹੇ ਨੇ। ਇਹਦੇ ਵਿੱਚ ਬਹੁਤ ਵੱਡੀ ਪ੍ਰੇਰਨਾ ਸੰਤਾਂ ਦੀ ਤੇ ਬਹੁਤਾ ਵੱਡਾ ਸਹਿਯੋਗ ਜਿਹੜਾ ਉਹ ਮਾਂ ਦਾ। ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਐਸਾ ਸਾਰਾ ਮਹਾਂਪੁਰਖਾਂ ਨੇ ਸਾਧਨ ਬਣਾਇਆ, ਵਾਹਿਗੁਰੂ ਜੀ ਨੇ ਮਿਹਰ ਕੀਤੀ, ਇਹ ਸਾਰਾ ਸੰਯੋਗ ਸਾਧਨ ਬਣਿਆ। ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਕਿੱਡਾ ਸੋਹਣਾ ਆਨੰਦ ਬਣਿਆ। ਭਜਨ ਬੰਦਗੀ ਨਾਮ ਸਿਮਰਨ, ਇੱਥੇ ਵੀ ਬੜਾ ਸੋਹਣਾ ਸਤਸੰਗ ਸਮਾਗਮ ਹੁੰਦਾ ਹੈ। ਮੰਮਣ ਕੇ ਵੀ ਰੋਜ਼ਾਨਾ ਹੀ ਗੁਰਬਾਣੀ ਦਾ ਪਾਠ ਵੀ ਕਰਦੇ ਨੇ, ਗੁਰੂ ਸਾਹਿਬ ਦੀ ਸੇਵਾ ਵੀ ਕਰਦੇ ਨੇ। ਹਾਂਜੀ, ਘਰਾਂ 'ਚ ਵੇਖ ਲਓ ਜੋ ਕੁਝ ਹੈਗਾ। ਇਹ ਮਹਾਂਪੁਰਖਾਂ ਦੇ ਭਜਨ ਬੰਦਗੀ ਸਿਮਰਨ ਦਾ ਪ੍ਰਤਾਪ। ਸੱਚੇ ਪਾਤਸ਼ਾਹ ਮਿਹਰ ਕਰਨ। ਸੰਗਤ ਨੂੰ ਜੀ ਆਇਆਂ ਨੂੰ। ਤੁਸੀਂ ਬਹੁਤ ਉਹਨਾਂ ਦੀ ਸੰਗਤ ਕੀਤੀ ਹੈ, ਬੜੇ ਉਹਨਾਂ ਕੋਲ ਤੁਸੀਂ ਬਚਨ ਸੁਣੇ ਨੇ। ਬਹੁਤ ਸਾਰਿਆਂ ਨੇ ਉਹਨਾਂ ਕੋਲੋਂ ਸਮੱਤ ਲੈ ਕੇ ਗੁਰੂ ਜੀ ਦੇ ਚਰਨਾਂ ਨਾਲ ਜੁੜਨਾ ਕੀਤਾ। ਬਾਣੀ ਪੜ੍ਹਦੇ ਜੇ, ਨਾਮ ਜਪਦੇ ਜੇ। ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਗੁਰਬਾਣੀ ਦਾ ਜੋ ਉਪਦੇਸ਼ ਹੈ ਇਹ ਸਾਡੇ ਹਿਰਦੇ ਵਿੱਚ ਵਸੇ। ਅਸੀਂ ਵੀ ਕਮਾਈ ਕਰੀਏ ਤੇ ਜੀਵਨ ਗੁਰੂ ਜੀ ਦੀ ਬਖਸ਼ਿਸ਼ ਵਾਲਾ ਬਣ ਜਾਵੇ। ਆਇਆ ਸਫਲ ਹੋਵੇ। ਭੁੱਲਾਂ ਦੀ ਮਾਫੀ ਦਿਓ। ਭਾਈ ਕੁਲਜੀਤ ਸਿੰਘ ਜੀ ਨਰੋਬੀ ਵਾਲੇ ਆਏ ਨੇ, ਉਹਨਾਂ ਨੇ ਵੀ ਆਪ ਜੀ ਨੂੰ ਸ਼ਬਦ ਸਰਵਣ ਕਰਾਉਣਾ ਹੈ। ਫਿਰ ਸੰਪੂਰਨਤਾ ਹੀ ਹੈ ਨਾ ਜੀ। ਹਾਂਜੀ, ਸਟੇਜ ਸੈਕਟਰੀ ਜੀ ਆਓ, ਦੱਸੋ। ਫਿਰ ਸੰਪੂਰਨਤਾ ਹੀ ਹੈ। ਭਾਈ ਕੁਲਦੀਪ ਸਿੰਘ ਜੀ ਨਰੋਬੀ ਵਾਲੇ ਤੁਹਾਨੂੰ ਸ਼ਬਦ ਸੁਣਾਓ। ਇੱਕ ਸ਼ਬਦ ਮੇਰਾ ਜੀ ਕਰਦਾ ਹੋਰ ਸੁਣਾਦਾ। ਜੇ ਤੁਸੀਂ ਆਖੋ ਫਿਰ ਨਾ ਆਖਿਓ ਵੀ ਹਟਦਾ ਨਹੀਂ ਬਾਬਾ। ਹਾਂਜੀ, ਇੱਕ ਪਿੰਡ ਸਾਨੂੰ 4 ਘੰਟੇ ਹੋ ਗਏ ਕੀਰਤਨ ਕਰਦਿਆਂ, ਤੋਂ ਵਿੱਚੋਂ ਇੱਕ ਭਾਈ ਆਉਂਦਾ ਬਾਬਾ ਸੁੱਖਾ ਪੀ ਗਿਆ। ਹਾਂਜੀ, ਤੇ ਫਿਰ ਮੈਂ ਕਿਹਾ ਤੁਸੀਂ ਮੈਨੂੰ ਨਾ ਆਖਿਓ। ਇੱਕ ਸ਼ਬਦ ਆਪਾਂ ਹੋਰ ਪੜ੍ਹੀਏ, ਮੈਨੂੰ ਯਾਦ ਆ ਗਿਆ। ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਈ ਲਈ।
ਹਾਂਜੀ, ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ। मैं निर्गुण मेरी माए आप लड़ लाए लई। 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 आसा महला पंजवा। साई अलख अपार भोरी मन वसै। दुख दर्द वड रोग माए मैंडा हब नसै। हों वंजा कुर्बान साई अपने होवे आनंद कणा मन तन जापने। बिंदक गाल सुनी सच्चे तिस धनी सुखी हूँ सुख पाए माए ना कीम गणी। नैन पसंदो सोए पेख मुस्ताक भाई। मैं निर्गुण मेरी माए आप लड़ लाए लई। वेद कतेब संसार हवा हूँ बाहरा।
ਨਾਨਕ ਕਾ ਪਾਤਸ਼ਾਹ ਜਿਸੈ ਜਾਹਰਾ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਆਪ ਲੜ ਲਾਏ ਲਈ ਆਪ ਲੜ ਲਾਏ ਲਈ ਆਪ ਲੜ ਲਾਏ ਲਈ ਆਪ ਲੜ ਲਾਏ ਲਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਆਪ ਲੜ ਲਾ